ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਸ੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਪੁੱਤਰ ਪ੍ਰਸੰਨ ਅਤ ਅਜ਼ਮਤ ਪਰਮ ਦਿਖਾਏ। ਸਭ ਕੂਰੇ ਬਹੁ ਬਾਰ ਕੀ ਹਾਰੇ ਮੂੜ ਉਪਾਏ। ਸਤਿਗੁਰ ਪੁੱਤਰ ਪ੍ਰਸੰਨ ਅਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰੁਣਾ ਨਿਧਾਨ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਵਾਲੀਏ ਕੁਲ ਆਲਮ। ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਸਦਕਾ ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਜੋਤ ਸਰੂਪ ਪ੍ਰਗਟ ਗੁਰਤਾ ਗੱਦੀ ਉੱਪਰ ਸੁਭਾਇਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠ ਕੇ ਆਪ ਸੰਗਤਾਂ ਸਤ ਸੰਗਤ ਕਰਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਆਓ ਹੋਰ ਵੀ ਜੋ ਸ਼ੁਭ ਅਵਸਰ ਸਤ ਸੰਗਤ ਕਰਨ ਦਾ ਮਿਲ ਰਿਹਾ ਹੈ, ਇਸ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸੁਣੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਹਨ। ਧੰਨ ਧੰਨ ਗਰੀਬ ਨਿਵਾਜ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਔਰੰਗਜ਼ੇਬ ਬਾਦਸ਼ਾਹ ਦੇ ਆਪਣੇ ਪਾਸ ਸੱਦਣ 'ਤੇ ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਸ਼ਹਿਰ ਵਿਖੇ ਭੇਜਿਆ ਹੋਇਆ। ਦਿੱਲੀ ਸ਼ਹਿਰ ਵਿੱਚ ਰਹਿੰਦਿਆਂ ਹੋਇਆ ਨਿਵਾਸ ਅਸਥਾਨ ਜਿੱਥੇ ਮਜਨੂ ਦੇ ਟਿੱਲੇ ਵਾਲੇ ਅਸਥਾਨ 'ਤੇ ਬਾਬਾ ਜੀ ਦਾ ਨਿਵਾਸ ਡੇਰਾ ਰਿਹਾ, ਉੱਥੋਂ ਹੀ ਚੱਲ ਕੇ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਦੇ ਵਿੱਚ ਉਸ ਦੇ ਜਿਵੇਂ ਉਹ ਆਪਣੇ ਪਾਸ ਸੱਦਦਾ ਪਾਸ ਪਹੁੰਚਦੇ ਜੋ ਪ੍ਰਸੰਗ ਪਿੱਛੇ ਆਪ ਸੰਗਤਾਂ ਸਰਵਣ ਕੀਤਾ ਹੈ, ਉਹ ਪ੍ਰਸੰਗ ਆਇਆ ਹੈ। ਜਿਵੇਂ ਔਰੰਗਜ਼ੇਬ ਨੇ ਇਸ ਦੇ ਪਾਸ ਜਿਵੇਂ ਉਲਮਾਬ ਵਿਦਵਾਨ ਕਾਜੀ ਮੁੱਲਾ ਆਦਿਕ ਗੁਰੂ ਘਰ ਦੇ ਨਾਲ ਈਰਖਾ ਕਰਨ ਵਾਲੇ, ਜਿਨ੍ਹਾਂ ਨੇ ਸੋਚਿਆ ਹੈ ਕਿ ਗੁਰੂ ਕਿਸ ਪੁੱਤਰ ਦੀ ਹੇਠ ਹੀ ਕੀਤੀ ਜਾਏ, ਨਿਰਾਦਰੀ ਕਰਨ ਦੇ ਅਨੇਕਾਂ ਯਤਨ ਪਹਿਲਾਂ ਵੀ ਕਰ ਚੁੱਕੇ ਹਨ।
ਹੋਰ ਇੱਕ ਯਤਨ ਕੀਤਾ ਕਿ ਕਿਸੇ ਨਾ ਕਿਸੇ ਤਰ੍ਹਾਂ ਇੰਨੀ ਸ਼ਕਤੀ ਵਾਲੇ ਜੋ ਇਹ ਹਨ, ਇਹਨਾਂ ਨੂੰ ਆਪਣੇ ਇਸਲਾਮ ਮਜ਼ਹਬ ਦੇ ਵਿੱਚ ਸ਼ਾਮਲ ਕਰ ਲਈਏ। ਆਪਣੇ ਵਾਲਾ ਜਿਹੜਾ ਭੋਜਨ ਹੈ ਜੋ ਅਸੀਂ ਖਾਂਦੇ ਹਾਂ, ਇਹ ਜਦੋਂ ਖਾ ਲੈਣਗੇ ਤਾਂ ਫਿਰ ਉਹ ਮੁਸਲਮਾਨ ਬਣ ਜਾਣਗੇ। ਜੋ ਇਹਨਾਂ ਦਾ ਧਰਮ ਹੈ ਉਹ ਭ੍ਰਿਸ਼ਟ ਹੋ ਜਾਏਗਾ। ਇਹ ਵਿਉਂਤ ਇਹਨਾਂ ਬਣਾਈ। ਸਭਾ ਦੇ ਵਿੱਚ ਪਹੁੰਚੇ। ਸਮਾਂ ਜਦੋਂ ਸਮਾਪਤ ਹੋ ਗਿਆ ਸਭਾ ਵਿੱਚ ਬੈਠਣ ਦਾ, ਤਾਂ ਉਸ ਵੇਲੇ ਜਦੋਂ ਬਾਹਰ ਚੱਲੇ ਹਨ, ਰਾਤਰੀ ਦਾ ਸਮਾਂ ਸੀ, ਆਪਣੀ ਪਾਲਕੀ ਵਿੱਚ ਬੈਠ ਕੇ ਬਾਬਾ ਰਾਮ ਰਾਏ ਜੀ ਦਰਵਾਜ਼ੇ ਨੇੜੇ ਪਹੁੰਚੇ। ਜਿਵੇਂ ਔਰੰਗੇ ਨੇ ਉਹਨਾਂ ਦਰਵਾਨਚੀਆਂ ਪਹਿਰੇਦਾਰਾਂ ਨੂੰ ਸਮਝਾਇਆ ਸੀ, ਉਹਨਾਂ ਨੇ ਪਹਿਲਾਂ ਹੀ ਦਰਵਾਜ਼ਿਆਂ ਨੂੰ ਸੰਗਲੀਆਂ ਸਮੇਤ ਜੰਦਰੇ ਮਾਰ ਦਿੱਤੇ। ਜਿਸ ਕਰਕੇ ਦਰਵਾਜ਼ੇ ਬੰਦ ਵੇਖ ਕੇ ਪੁੱਛਿਆ ਕਿ ਕਿਉਂ ਨਹੀਂ ਖੋਲ੍ਹਦੇ। ਕਹਿਣ ਲੱਗੇ ਝੂਠ ਬੋਲਿਆ ਕਿ ਕੁੰਜੀ ਅੱਗੇ ਬਾਦਸ਼ਾਹ ਦੇ ਪਾਸ ਹੀ ਰਹਿ ਗਈ ਹੈ, ਕਠਿਨ ਥਾਵਾਂ 'ਤੇ ਹੈ, ਹੁਣ ਲਿਆ ਨਹੀਂ ਸਕਦੇ। ਇਹ ਸੁਣ ਕੇ ਇਹਨਾਂ ਦਾ ਕਪਟ ਜਾਣ ਕੇ ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ ਕਿ ਇਹ ਜੋ ਜੰਦਰੇ ਸੰਗਲਿਆਂ ਨੂੰ ਵੱਜੇ ਹੋਏ ਹਨ ਖੁੱਲ੍ਹ ਜਾਣ, ਅਸੀਂ ਸੁਖਾਲੇ ਹੀ ਇੱਥੋਂ ਕਿਲ੍ਹੇ ਅੰਦਰੋਂ ਬਾਹਰ ਨਿਕਲ ਜਾਈਏ। ਐਸਾ ਬਚਨ ਹੋਣ ਦੀ ਹੀ ਦੇਰ ਹੋਈ ਹੈ। ਜੋ ਦਰਵਾਜ਼ਿਆਂ ਨੂੰ ਸੰਗਲੀਆਂ ਨੂੰ ਜੰਦਰੇ ਮਾਰੇ ਹੋਏ ਹੈ ਉਹ ਖੁੱਲ੍ਹ ਗਏ ਨੇ। ਬਾਬਾ ਜੀ ਨੇ ਆਪਣੇ ਸੇਵਕਾਂ ਨੂੰ ਕਿਹਾ, ਪਾਲਕੀ ਲਿਜਾਓ, ਦਰਵਾਜ਼ੇ ਤੋਂ ਬਾਹਰ ਚੱਲੀਏ। ਇਉਂ ਸੁਖਾਲੇ ਹੀ ਬਾਹਰ ਜਾ ਰਹੇ ਹਨ। ਦਰਵਾਨਚੀ ਨੇ ਔਰੰਗੇ ਨੂੰ ਜਾ ਕੇ ਦੱਸਿਆ। ਉਸਨੇ ਕਿਹਾ ਕਿ ਹੁਣ ਕੀ ਰੋਕ ਸਕਦੇ ਹਾਂ ਉਹਨਾਂ ਨੂੰ, ਦੁਬਾਰਾ ਕੋਸ਼ਿਸ਼ ਕੋਈ ਨਾ ਕਰੋ ਉਹਨਾਂ ਨੂੰ ਇੱਥੇ ਕਿਲ੍ਹੇ ਵਿੱਚ ਰੋਕਣ ਦੀ। ਇਉਂ ਜਾਣ ਕੇ ਬਹੁਤ ਹੈਰਾਨ ਹੋਏ। ਅਗਲਾ ਦਿਨ ਹੋਣ 'ਤੇ ਫਿਰ ਉਲਮਾਵਾਂ, ਕਾਜ਼ੀਆਂ, ਮੁਲਾਣਿਆਂ ਨੂੰ ਪਾਸ ਸੱਦਿਆ ਔਰੰਗਜ਼ੇਬ ਨੇ। ਜਿਵੇਂ ਉਹਨਾਂ ਨੇ ਸਾਜ਼ਿਸ਼ ਘੜੀ ਸੀ, ਉਹ ਉਹਨਾਂ ਨੇ ਔਰੰਗਜ਼ੇਬ ਦੇ ਕੋਲ ਜਿਵੇਂ ਦੱਸਿਆ। ਕਹਿਣ ਲੱਗੇ ਕਿ ਝੂਠ ਹੀ ਉਹਨਾਂ ਨੇ ਬੋਲਿਆ ਕਿ ਉਹਨਾਂ ਦੇ ਪਾਸ ਤਾਂ ਜੋ ਸ਼ਰਾਬ, ਮਾਸ ਆਦਿਕ ਦਾ ਸੇਵਨ ਕੀਤਾ ਜਾਂਦਾ ਹੈ। ਜਿਸ ਵੇਲੇ ਉਹ ਭੋਜਨ ਛਕ ਰਹੇ ਹੋਣਗੇ ਉਦੋਂ ਅਸੀਂ ਦੱਸਾਂਗੇ ਤੁਹਾਨੂੰ ਅਤੇ ਨਾਲ ਲਿਜਾ ਕੇ ਦਿਖਾ ਦਿਆਂਗੇ। ਜਿਵੇਂ ਪਹਿਲਾਂ ਹੀ ਇਹਨਾਂ ਨੇ ਪਾਸ ਰਖਵਾ ਦਿੱਤਾ ਸੀ ਮਾਸ, ਸ਼ਰਾਬ ਆਦਿਕ। ਪਹੁੰਚਣ ਤੋਂ ਕੁਝ ਕੁ ਸਮਾਂ ਪਹਿਲਾਂ ਉੱਥੇ ਉਹ ਭਾਂਡੇ ਰੱਖੇ ਹੋਏ ਸੀ। ਔਰੰਗਜ਼ੇਬ ਨੂੰ ਜਦੋਂ ਲੈ ਕੇ ਕੋਲ ਉੱਥੇ ਪਹੁੰਚੇ ਹੈ ਬਾਬਾ ਜੀ ਦੇ ਡੇਰੇ, ਤਾਂ ਔਰੰਗਜ਼ੇਬ ਕਹਿਣ ਲੱਗਾ, ਬੋਤਲ ਵਿੱਚ ਕੀ ਪਾਇਆ ਹੈ? ਬਾਬਾ ਜੀ ਕਹਿੰਦੇ, ਵੇਖ ਲਓ ਕੀ ਹੈ। ਜਦੋਂ ਬੋਤਲ ਉਲੱਦੀ ਹੈ ਇੱਕ ਕਟੋਰੇ ਭਾਂਡੇ ਦੇ ਵਿੱਚ, ਤਾਂ ਉਸ ਵਿੱਚੋਂ ਦੁੱਧ ਨਿਕਲਿਆ। ਮਾਸ ਵਾਲਾ ਜਿਹੜਾ ਬਰਤਨ ਸੀ ਉਸ ਵਿੱਚੋਂ ਬਤਊਆਂ ਦੀ ਸਬਜ਼ੀ ਨਿਕਲੀ ਹੈ। ਵੇਖ ਕੇ ਹੈਰਾਨ ਹੋ ਗਏ। ਫਿਰ ਔਰੰਗਜ਼ੇਬ ਹੋਰ ਗੱਲਾਂ ਦੇ ਵਿੱਚ ਪਰਚਣ ਲੱਗ ਪਿਆ। ਇਉਂ ਬਾਅਦ ਵਿੱਚ ਬਹੁਤ ਹੀ ਇਹਨਾਂ ਨੂੰ ਸ਼ਰਮਿੰਦੇ ਹੋਣਾ ਪਿਆ। ਔਰੰਗਜ਼ੇਬ ਨੂੰ ਸਭਾ ਦੇ ਸਮੇਤ ਆਪਣੇ ਕਾਜ਼ੀਆਂ, ਮੁਲਾਣਿਆਂ ਸਹਿਤ। ਇਸ ਪ੍ਰਕਾਰ ਦੇ ਕਈ ਯਤਨ ਕੀਤੇ ਹੈ। ਬਾਬਾ ਰਾਮ ਰਾਏ ਜੀ ਦੀ ਨਿਰਾਦਰੀ ਕਰਨ ਦੇ ਸਭ ਨਿਸਫਲ ਹੋ ਗਏ। ਅੱਗੇ ਜਿਸ ਤਰ੍ਹਾਂ ਕਥਾ ਵਿਚਾਰ ਆ ਰਹੀ ਹੈ, ਪ੍ਰੇਮ ਸਹਿਤ ਸਰਵਣ ਕਰੀਏ। ਜਿਵੇਂ ਗੁਰੂ ਕੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਸਭਾ ਦੇ ਵਿੱਚ ਆਪਣੀ ਪਾਲਕੀ ਵਿੱਚ ਬੈਠ ਕੇ ਜਾ ਰਹੇ ਨੇ, ਅਤੇ ਉਹ ਪਾਲਕੀ ਬਿਨਾਂ ਕਹਾਰਾਂ ਤੋਂ ਹੀ ਜਿਵੇਂ ਲਿਜਾਂਦੇ ਹਨ ਉਸ ਦੇ ਪਾਸ ਪਹੁੰਚਦੇ ਹੈ। ਲੋਕ ਵੇਖਣ ਵਾਲੇ ਰਾਹ ਵਿੱਚ ਬਹੁਤ ਹੈਰਾਨ ਹੁੰਦੇ ਹੈ ਕਿ ਕੋਈ ਵੀ ਜੋ ਸੇਵਕ ਨਹੀਂ ਲਗਾਇਆ ਹੋਇਆ ਹੈ। ਸੋ ਇਸ ਪ੍ਰਕਾਰ ਜੋ ਕਥਾ ਆ ਰਹੀ, ਪ੍ਰੇਮ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਤਿਗੁਰ ਪੁੱਤਰ ਪ੍ਰਸੰਨ ਅਤ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਹਰ ਵੇਲੇ ਬਹੁਤ ਹੀ ਪ੍ਰਸੰਨ ਆਨੰਦ ਖੁਸ਼ੀ ਵਿੱਚ ਰਹਿਣ ਵਾਲੇ ਹਨ। ਅਜ਼ਮਤ ਪਰਮ ਦਿਖਾਏ ਤੇ ਬਹੁਤ ਵੱਡੀ ਸ਼ਕਤੀ ਕਰਾਮਾਤ ਪ੍ਰਗਟ ਹੀ ਸਭ ਨੂੰ ਦਿਖਾਉਂਦੇ ਹਨ। ਸਭ ਕੂਰੇ ਬਹੁ ਬਾਰ ਕੀਏ ਤੇ ਬਹੁਤੀ ਵਾਰ ਜਿਹੜੇ ਈਰਖਾ ਕਰਨ ਵਾਲੇ ਔਰੰਗਜ਼ੇਬ ਦੇ ਸਮੇਤ ਹੋਰ ਵੀ ਉਸ ਦੇ ਅਹਿਲਕਾਰ ਕਾਜੀ ਮੁਲਾਣੇ ਉਲਮਾਵ ਵਿਦਵਾਨ ਕਹੇ ਜਾਂਦੇ ਸਭ ਨੂੰ ਝੂਠਿਆਂ ਕੀਤਾ। ਹਾਰੇ ਮੂਢ ਉਪਾਏ ਤੇ ਉਹ ਮੂਰਖ ਲੋਕ ਮੂਰਖ ਮਤ ਕਰਕੇ ਅਨੇਕਾਂ ਹੀ ਯਤਨ ਕਰਦੇ ਹੋਏ ਥੱਕ ਹਾਰ ਗਏ। ਚੌਪਈ ਅਦਕ ਰਹਿਓ ਸਭ ਹਿਨ ਪਰ ਬਲੀ ਤੇ ਸਭਨਾਂ ਦੇ ਉੱਪਰ ਬਲਵਾਨ ਹੋ ਕੇ ਜਾਣੇ ਗਏ ਹਨ ਬਾਬਾ ਰਾਮ ਰਾਏ ਜੀ। ਸ਼ਾਹ ਸਮੇਤ ਸਭਨ ਮਤ ਛਲੀ ਤੇ ਔਰੰਗਜ਼ੇਬ ਦੇ ਸਮੇਤ ਸਭਨਾਂ ਦੀ ਜਿਹੜੀ ਚਤਰਾਈ ਵਾਲੀ ਮਤ ਸੀ ਉਹ ਛਲ ਲਈ ਹੈ। ਉਹਨਾਂ ਨੂੰ ਸਭ ਨੂੰ ਹੀ ਚੱਕਰਿਤ ਹੋਣਾ ਪਿਆ। ਕਿਵੇਂ ਇਹ ਹਾਰ ਹੈ ਤੁਰਕ ਬਣਾਵਹਿ ਤੇ ਇਸ ਤਰ੍ਹਾਂ ਸੋਚਾਂ ਸੋਚਦੇ ਜੋ ਜਿਹੜੇ ਉਲਮਾਵ ਕਾਜੀ ਮੁਲਾਣੇ ਈਰਖਾਲੂ ਹਨ ਕਹਿੰਦੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਹਰਾ ਦਈਏ ਤੇ ਆਪਣੇ ਮਤ ਵਿੱਚ ਸ਼ਾਮਲ ਕਰ ਲਈਏ ਤੁਰਕ ਬਣਾ ਲਈਏ। ਮੂਢ ਮੁਲਾਨੇ ਸ਼ਾਹ ਸਿਖਾਵਹਿ ਜਿਹੜੇ ਮੂਰਖ ਮਤ ਵਾਲੇ ਮੁਲਾਣੇ ਹਨ ਉਹ ਸਿਖਾਉਂਦੇ ਨੇ ਔਰੰਗਜ਼ੇਬ ਨੂੰ। ਨਹਿ ਬਸ ਚਲਿਓ ਉਪਾਏ ਨਿਫਲ ਤੇ ਇਸ ਪ੍ਰਕਾਰ ਭਾਵੇਂ ਇਹਨਾਂ ਨੇ ਯਤਨ ਕੀਤੇ ਆ ਇਹਨਾਂ ਨੇ ਜੋ ਯਤਨ ਕੀਤੇ ਉਹ ਵਿਅਰਥ ਚਲੇ ਗਏ ਕੋਈ ਵਸ ਚਾਰਾ ਨਹੀਂ ਚੱਲ ਸਕਿਆ। ਪਚ ਪਚ ਹਾਰੇ ਸਤਿਗੁਰ ਬਲ ਤੇ ਖੱਪ ਖੱਪ ਕੇ ਹਾਰ ਗਏ ਹੈ ਅੱਗੇ ਕਿਉਂਕਿ ਬਾਬਾ ਰਾਮ ਰਾਏ ਜੀ ਦੇ ਪਾਸ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਬਲ ਹੈ। ਤੀਨ ਲੋਕ ਮਹਿ ਅਸ ਨਹਿ ਕੋਈ ਤਿੰਨਾਂ ਲੋਕਾਂ ਦੇ ਵਿੱਚ ਅਜਿਹਾ ਕੋਈ ਵੀ ਮਨੁੱਖ ਜਾਂ ਦੇਵੀ ਦੇਵਤਾ ਵੀ ਨਹੀਂ ਜੀਤ ਸਕੈ ਗੁਰ ਘਰ ਕਹੋ ਜੋਈ ਜਿਹੜਾ ਗੁਰੂ ਘਰ ਦੇ ਅੱਗੇ ਫਤਿਹ ਪਾ ਸਕੇ ਗੁਰੂ ਘਰ ਨੂੰ ਹੀ ਜਿੱਤ ਸਕੇ। ਤੁਰਕ ਬਾਪਰੇ ਗਿਣਤੀ ਕਿਆ ਹੈ ਤੇ ਤੁਰਕਾਂ ਵਿਚਾਰਿਆਂ ਦੀ ਤਾਂ ਕੀ ਗਿਣਤੀ ਹੈ ਇਹਨਾਂ ਨੂੰ ਤਾਂ ਹਾਰਨਾ ਹੀ ਪੈਂਦਾ ਹੈ ਗੁਰੂ ਘਰ ਅੱਗੇ। ਅਰ ਕਰ ਮੂਰਖ ਸਮਤਾ ਚਾਹੈ ਕਵੀ ਜੀ ਦੱਸਦੇ ਹਨ ਜਿਹੜੇ ਗੁਰੂ ਘਰ ਦੇ ਪਿਆਰਿਆਂ ਦੇ ਨਾਲ ਅੜਨ ਦਾ ਯਤਨ ਕਰਦੇ ਬਰਾਬਰੀ ਕਰਨਾ ਚਾਹੁੰਦੇ ਹਨ। ਆਗਿਆ ਸਭ ਬ੍ਰਹਮੰਡ ਕੇ ਮਾਹੀ ਤੇ ਉਹ ਭਾਵੇਂ ਐਵੇਂ ਅਗਿਆਨਤਾ ਵਸ ਬਰਾਬਰੀ ਕਰਨਾ ਚਾਹੁੰਦੇ ਹੈ ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਆਗਿਆ ਹੈ ਸਾਰੇ ਖੰਡ ਬ੍ਰਹਮੰਡਾਂ ਦੇ ਵਿੱਚ ਚੱਲ ਰਹੀ ਹੈ। ਨਿਤ ਅਨੁਸਾਰ ਬਿਪਰਜੈ ਨਾਹੀ ਤੇ ਕੋਈ ਵੀ ਉਲਟ ਹੋ ਕੇ ਕਾਮਯਾਬ ਨਹੀਂ ਹੋ ਸਕਦਾ ਨਿਤ ਹੀ ਸਭ ਨੂੰ ਗੁਰੂ ਕੀ ਆਗਿਆ ਦੇ ਅਨੁਸਾਰ ਹੀ ਚੱਲਣਾ ਪੈਂਦਾ ਹੈ। ਜਿਮ ਸਤਿਗੁਰ ਕੇ ਉਰ ਕਹੋ ਭਾਵੈ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਨੂੰ ਜੋ ਕੁਛ ਕਰਨਾ ਪਾਉਂਦਾ ਹੈ ਤਿਸ ਪ੍ਰਕਾਰ ਨਿਜ ਚਲਤ ਦਿਖਾਵੈ ਤੇ ਉਸੇ ਤਰ੍ਹਾਂ ਦੇ ਹੀ ਚਲਤ ਕੌਤਕ ਮਹਾਰਾਜ ਸਾਹਿਬ ਜੀ ਆਪਣੇ ਦਿਖਾਉਂਦੇ ਹਨ ਨਿਤ ਹੀ। 14 ਲੋਕ ਬਿਖੈ ਚਹਿ ਜੈਸੇ ਤੇ 14 ਲੋਕਾਂ ਵਿੱਚ ਜਿਸ ਤਰ੍ਹਾਂ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਚਾਹਣ ਉਸੇ ਤਰ੍ਹਾਂ ਹੀ ਹੁੰਦਾ ਹੈ। ਉਚਤਾ ਨੁਚਿਤ ਰਚਿਤ ਤਬ ਤੈਸੇ ਤੇ ਜੇ ਸਤਿਗੁਰੂ ਮਹਾਰਾਜ ਸਾਹਿਬ ਜੀ ਚਾਹਣ ਜੋਗ ਅਜੋਗ ਜੋ ਕੁਛ ਵੀ ਕਰਨਾ ਕਰਾਉਣਾ ਚਾਹਣ ਉਸੇ ਤਰ੍ਹਾਂ ਹੀ ਰਚ ਸਕਦੇ ਹਨ। ਜੇ ਕਰ ਬੋ ਨਹਿ ਚਹਿਤ ਗੁਸਾਈ ਤੇ ਜੋ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਰਨਾ ਕਰਾਉਣਾ ਨਾ ਚਾਹਣ ਸਿਰ ਹਰ ਬੋ ਲਗ ਮੌਨ ਰਹਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਚਾਹਣ ਕਿ ਅਸੀਂ ਕੁਛ ਵੀ ਨਹੀਂ ਕਰਨਾ ਕੋਈ ਸ਼ਕਤੀ ਨਹੀਂ ਦਿਖਾਉਣੀ ਔਰ ਆਪਣੇ ਉਵੇਂ ਹੀ ਸ਼ਾਂਤ ਰਸ ਦੇ ਵਿੱਚ ਹੀ ਰਹਿਣਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਸੀਸ ਵੀ ਕੁਰਬਾਨ ਹੋਣ ਤੱਕ ਤਾਂ ਵੀ ਚੁੱਪ ਰਹਿੰਦੇ ਹਨ। ਸ਼੍ਰੀ ਸਤਿਗੁਰ ਪੂਰਨ ਭਗਵਾਨ ਤੇ ਪੂਰਨ ਭਗਵਾਨ ਜੋ ਪਰਮੇਸ਼ਰ ਵਾਹਿਗੁਰੂ ਹੈ ਉਸ ਦਾ ਸਰੂਪ ਸਤਿਗੁਰੂ ਮਹਾਰਾਜ ਸਾਹਿਬ ਜੀ ਹਨ। ਸ਼ੁਭ ਸਰਬੱਗਯ ਉਤੰਗ ਮਹਾਨ ਤੇ ਸਤਿਗੁਰੂ ਸਾਹਿਬ ਜੀ ਸ੍ਰੇਸ਼ਟ ਹਨ ਸਰਬ ਗਿਆਤਾ ਹਨ ਔਰ ਸਭ ਤੋਂ ਉੱਚੇ ਹਨ। ਨਿਜ ਸੁਤ ਕੀ ਰਸਨਾ ਪਰਬਾਸੇ ਤੇ ਆਪਣੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਦੀ ਰਸਨਾ ਦੇ ਉੱਪਰ ਆਪ ਵਾਸਾ ਸਤਿਗੁਰਾਂ ਨੇ ਕੀਤਾ। ਜਿਮ ਬੋਲਹਿ ਤਿਮ ਕਰਤ ਪ੍ਰਕਾਸ਼ੇ ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਵੱਲ ਨੂੰ ਔਰੰਗਜ਼ੇਬ ਵੱਲ ਭੇਜਣ ਤੋਂ ਪਹਿਲਾਂ ਬਚਨ ਕੀਤਾ
ਕਿ ਜਿਸ ਤਰ੍ਹਾਂ ਵੀ ਤੂੰ ਬਚਨ ਕਰੇਗਾ ਤੇਰਾ ਬਚਨ ਪੂਰਾ ਹੋਵੇਗਾ, ਤੇਰੀ ਰਸਨਾ ਦੇ ਉੱਪਰ ਅਸੀਂ ਵਸਾਂਗੇ। ਜਿਮ ਬੋਲੇ ਤਿਮ ਕਰਤ ਪ੍ਰਕਾਸ਼ੇ। ਇਸ ਲਈ ਜਿਵੇਂ ਵਚਨ ਕਰਦੇ ਹਨ ਤਿਵੇਂ ਪ੍ਰਗਟ ਹੀ ਉਹ ਬਚਨ ਪੂਰਾ ਹੋ ਜਾਂਦਾ ਹੈ। ਬਿਲਮ ਨ ਲਗਹਿ ਬਨਹਿ ਤਤਕਾਲ ਹੈ। ਤੇ ਉਹ ਕੁਛ ਬਣ ਜਾਂਦਾ ਹੈ, ਜੋ ਕੁਝ ਬਣਾਉਣਾ ਚਾਹੁੰਦੇ ਹਨ ਉਸ ਕਰਨ ਵਿੱਚ, ਉਸ ਦੇ ਬਣਨ ਵਿੱਚ ਦੇਰ ਨਹੀਂ ਲੱਗਦੀ। ਤੀਨ ਲੋਕ ਪਰ ਆਇਸ ਚੱਲ ਹੈ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਤਿੰਨਾਂ ਲੋਕਾਂ ਦੇ ਉੱਪਰ ਚੱਲਦੀ ਹੈ। ਹੁਣ ਸ਼੍ਰੀ ਰਾਮ ਰਾਏ ਮਨ ਜਾਨਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਬਾਬਾ ਰਾਮ ਰਾਏ ਜੀ ਸਤਿਗੁਰਾਂ ਦੀ ਬਖਸ਼ਿਸ਼ ਪਾ ਕੇ ਜੋ ਬਚਨ ਕਰਦੇ ਹਨ ਉਹ ਪੂਰਾ ਹੁੰਦਾ ਹੈ। ਅਤੇ ਬਾਬਾ ਰਾਮ ਰਾਏ ਜੀ ਨੇ ਤਿਵੇਂ ਫਿਰ ਜਾਣਨਾ ਕਰੋ ਕਿ ਆਪਣੇ ਮਨ ਦੇ ਵਿੱਚ ਵਿਚਾਰਿਆ ਹੈ। ਸਭਾ ਲੱਗੀ ਚਾਹਿਓ ਪ੍ਰਸਥਾਨਾ। ਅਤੇ ਜਿਸ ਦਿਨ ਜੋ ਆਪਣੇ ਮਨ ਦੇ ਵਿੱਚ ਸੋਚਿਆ ਹੈ ਕਿ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਦੇ ਵਿੱਚ ਜਾਈਏ, ਹੁਣ ਸਮਾਂ ਹੋਇਆ ਜਾਣ ਦਾ। ਅਸਵਾਰੀ ਸਿਵਕਾ ਮੰਗਵਾਈ। ਤੇ ਜੋ ਸਿਵਕਾ ਪਾਲਕੀ ਹੈ ਉਹ ਆਪਣੇ ਪਾਸ ਮੰਗਵਾਈ ਹੈ। ਨਹਿ ਕਹਾਰ ਟਿਗ ਗਏ ਕਿਥਾਈ। ਤੇ ਉਸ ਵੇਲੇ ਜਿਹੜੇ ਸਵਾਰੀ ਲਿਜਾਣ ਵਾਲੇ, ਜਿਨ੍ਹਾਂ ਕਹਾਰਾਂ ਨੇ ਸਵਾਰੀ ਚੁੱਕ ਕੇ ਲਿਜਾਣੀ ਹੁੰਦੀ ਹੈ, ਪਾਲਕੀ ਨੂੰ ਮੋਢਾ ਦੇ ਕੇ ਖੜਨ ਵਾਲੇ, ਸੋ ਉਹ ਕਿਧਰੇ ਗਏ ਹੋਏ ਸਨ, ਉਸ ਵੇਲੇ ਪਾਸ ਨਹੀਂ ਸੀ। ਕੁਛ ਕ ਬਿਲਮ ਤਿਨ ਆਵਤ ਲੱਗ ਹੈ। ਤੇ ਉਹਨਾਂ ਦੇ ਆਉਣ ਵਿੱਚ ਕੁਝ ਕੁ ਸਮਾਂ ਅਜੇ ਦੇਰ ਲੱਗਣੀ ਸੀ। ਕਹਿਤ ਦਾਸ ਮੈਂ ਲਿਆਵਹੁ ਭਾਗ ਹੈ। ਤੇ ਕੋਈ ਇੱਕ ਸੇਵਕ ਕਹਿਣ ਲੱਗਾ ਕਿ ਬਾਬਾ ਜੀ ਜੇ ਆਖੋ ਤਾਂ ਛੇਤੀ ਉਹਨਾਂ ਕਹਾਰਾਂ ਨੂੰ ਮੈਂ ਬੁਲਾ ਕੇ ਲੈ ਆਵਾਂ। ਗੁਰ ਨੰਦਨ ਮਨ ਮੈਂ ਇਹ ਠਾਨਾ। ਤੇ ਸਤਿਗੁਰੂ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਨੇ ਆਪਣੇ ਹਿਰਦੇ ਵਿੱਚ ਇਵੇਂ ਫਿਰ ਵਿਚਾਰਿਆ ਹੈ, ਬਿਨ ਕਹਾਰ ਮੈਂ ਕਰਬ ਪਿਆਨਾ। ਤੇ ਕਹਾਰਾਂ ਨੂੰ ਕੀ ਉਡੀਕਣਾ ਹੈ, ਬਿਨਾਂ ਹੀ ਕਹਾਰਾਂ ਤੋਂ ਅਸੀਂ ਪਾਲਕੀ ਲੈ ਜਾਂਦੇ ਹਾਂ। ਦੇਖ ਦੇਖ ਦੁਖ ਦੁਸ਼ਟਨ ਦਹੈ। ਤੇ ਜਦੋਂ ਸਾਡੀ ਪਾਲਕੀ ਬਿਨਾਂ ਕਹਾਰਾਂ ਤੋਂ ਉਤਾਂ ਉੱਠ ਕੇ ਰਸਤੇ 'ਤੇ ਜਾ ਰਹੀ ਹੋਵੇਗੀ ਤਾਂ ਵੇਖਣ ਵਾਲੇ ਜਿਹੜੇ ਦੁਸ਼ਟ ਲੋਕ ਹਨ ਉਹ ਦੁੱਖ ਦੇ ਸਹਿਤ ਹੋ ਕੇ ਸੜਨਗੇ, ਈਰਖਾ ਵਸ ਹੋ ਕੇ। ਅਪਰਜ ਨਰ ਸੋ ਅਚੰਬੈ ਰਹੈ। ਤੇ ਹੋਰ ਜਿਹੜੇ ਵੇਖਣ ਵਾਲੇ ਲੋਕ ਹਨ ਉਹ ਸਭ ਹੈਰਾਨ ਹੋ ਜਾਣਗੇ। ਮਹਿਮਾ ਮਹਾ ਹੋਏ ਬਿਸਤਾਰਾ। ਤੇ ਸਾਡੀ ਬਹੁਤ ਜ਼ਿਆਦਾ ਫਿਰ ਮਹਿਮਾ ਫੈਲ ਜਾਵੇਗੀ ਸਾਰੇ ਸ਼ਹਿਰ ਵਿੱਚ। ਬਨਹਿ ਸਿੱਖ ਸੁਨ ਆਏ ਹਜ਼ਾਰਾਂ। ਤੇ ਹਜ਼ਾਰਾਂ ਹੀ ਲੋਕ ਇਹ ਵਡਿਆਈ ਵਾਲੀ ਜੋ ਕਰਾਮਾਤ ਪ੍ਰਗਟ ਹੋਣ ਤੇ ਸੁਣ ਕੇ ਆਉਣਗੇ ਤੇ ਸਿੱਖ ਬਣਨਗੇ ਸਾਡੇ। ਹੋਏ ਸੰਗਤ ਜਹ ਕਹਿ ਬਹੁ ਮੇਰੀ। ਤੇ ਜਿੱਥੇ ਕਿਤੇ ਫਿਰ ਸਾਡੀ ਬਹੁਤੀ ਸੰਗਤ ਹੋ ਜਾਵੇਗੀ। ਕਹਿ ਕੀਰਤੀ ਸਭਨ ਬਡੇਰੀ। ਤੇ ਸਭਨਾਂ ਦੇ ਵਿੱਚ ਸਭ ਲੋਕ ਸਾਡੀ ਬਹੁਤ ਵੱਡੀ ਮਹਿਮਾ ਸੁਣਾਉਣਗੇ ਲੋਕਾਂ ਨੂੰ। ਹਿਰਦੇ ਮਨੋਰਥ ਕਰਤੇ ਐਸੇ। ਤੇ ਇਸ ਪ੍ਰਕਾਰ ਬਾਬਾ ਰਾਮ ਰਾਏ ਜੀ ਨੇ ਆਪਣੇ ਮਨ ਦੇ ਵਿੱਚ ਜੋ ਇਹ ਫੁਰਨਾ ਜਦ ਕੀਤਾ ਹੈ, ਬੀਚ ਪਾਲਕੀ ਕੇ ਝੜ ਬੈਸੇ। ਤਾਂ ਇਸ ਪ੍ਰਕਾਰ ਫੁਰਨਾ ਕਰਕੇ ਚੜ੍ਹ ਕੇ ਪਾਲਕੀ ਦੇ ਵਿੱਚ ਉੱਪਰ ਬੈਠ ਗਏ ਹਨ। ਮੁਖ ਤੇ ਕਹਿਓ ਕਹਾਰ ਬਹੀਨੀ। ਤੇ ਆਪਣੇ ਮੁਖ ਤੋਂ ਵਚਨ ਕੀਤਾ ਏ, ਜਿਸ ਵੇਲੇ ਪਾਲਕੀ ਵਿੱਚ ਸਜ ਗਏ ਹਨ, ਕਹਿ ਦਿੱਤਾ ਕਿ ਬਿਨਾਂ ਹੀ ਕਹਾਰਾਂ ਤੋਂ ਚੱਲਣ ਲੱਗ ਪਏ। ਚਲਹਿ ਪਾਲਕੀ ਰੀਤ ਨਵੀਨੀ। ਨਵੀਂ ਰੀਤੀ, ਨਵੀਂ ਹੀ ਮਰਜ਼ਾਦਾ ਵਿੱਚ, ਨਵੇਂ ਹੀ ਢੰਗ ਦੇ ਨਾਲ ਬਿਨਾਂ ਕਹਾਰਾਂ ਤੋਂ ਤੁਰ। ਤਿਸ ਛਿਨ ਸ਼ਿਵਕਾ ਉੱਠ ਕਰ ਚਾਲੀ। ਐਸਾ ਜਦੋਂ ਵਚਨ ਕੀਤਾ ਤੇ ਜੋ ਪਾਲਕੀ ਹੈ ਉਹ ਧਰਤੀ ਦੇ ਨਾਲ ਲੱਗੀ ਹੋਈ ਸੀ, ਥੱਲੇ ਪਈ ਹੋਈ ਸੀ, ਵਿੱਚ ਆਪ ਬੈਠ ਕੇ ਵਚਨ ਕਰਕੇ ਤਾਂ ਉਸੇ ਵੇਲੇ ਹੀ ਪਾਲਕੀ ਉਤਾਂ ਉੱਠ ਕੇ ਚੱਲਣ ਲੱਗ ਪਈ। ਦਿਪਤ ਜਵਾਹਰ ਲਗੇ ਵਿਸਾਲੀ। ਜਿਸ ਦੇ ਵਿੱਚ ਹੀਰੇ ਰਤਨ ਜਵਾਹਰਾਤ ਬਹੁਤੇ ਹੀ ਪ੍ਰਕਾਸ਼ ਰਹੇ ਹਨ ਲੱਗੇ ਹੋਏ। ਚਮਤਕਾਰ ਨਿਜ ਅਜ਼ਮਤ ਸੰਗ। ਤੇ ਆਪਣੀ ਕਰਾਮਾਤ ਦੁਆਰਾ ਇਹ ਚਮਤਕਾਰ ਹੀ ਲੋਕਾਂ ਨੂੰ ਕ੍ਰਿਸ਼ਮਾ ਹੀ ਦਿਖਾਉਣ ਲੱਗ ਪਏ ਹਨ। ਚਹੁ ਦਿਸ਼ ਕੀਨਸ ਅਦਭੁਤ ਰੰਗ। ਤੇ ਚਾਰੇ ਦਿਸ਼ਾਵਾਂ ਵਿੱਚ ਜਾਣੋ ਕਿ ਇਹ ਅਸਚਰਜ ਹੀ ਰੰਗ ਜੋ ਕੌਤਕ ਹੈ ਇਹ ਪ੍ਰਗਟ ਕਰਕੇ ਦਿਖਾ ਰਹੇ ਹਨ। ਆਗੇ ਨਰ ਢਲੈਤ ਕੂਛ ਚਾਲੇ। ਆਗੇ ਨਰ ਢਲੈਤ ਕੂਛ ਚਾਲੇ। ਆਗੇ ਨਰ ਢਲੈਤ ਕੁਛ ਚਾਲੇ।
ਸੋ ਕੁਝ ਕੁ ਜਿਹੜੇ ਟਲੈਤ ਸੂਰਮੇ ਹਨ ਉਹ ਨਾਲ ਅੱਗੇ ਅੱਗੇ ਜਿਹੜੇ ਜਾਣ ਵਾਲੇ ਹਨ ਉਹ ਜਾ ਰਹੇ ਹਨ। ਅਪਰ ਸਿੱਖ ਸੇਵਕ ਗਨ ਨਾਲੇ, ਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਿੱਖ ਸੇਵਕ ਹਨ ਨਾਲ ਤੁਰੇ ਜਾਂਦੇ ਨੇ। ਧੰਨ ਧੰਨ ਸ੍ਰੀ ਸਤਿਗੁਰ ਧੰਨ। ਤੇ ਇਸ ਪ੍ਰਕਾਰ ਜਿਹੜਾ ਸਿੱਖਾਂ ਸੇਵਕਾਂ ਨੂੰ ਪਤਾ ਹੈ ਕਿ ਇਹ ਸਭ ਜੋ ਬਖਸ਼ਿਸ਼ ਹੈ ਕਰਾਮਾਤ ਦੀ ਧੰਨ ਧੰਨ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਨੇ ਹੀ ਕੀਤੀ ਹੋਈ ਹੈ। ਇਸ ਲਈ ਉਹ ਰਸਨਾ ਤੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਨਾਮ ਉਚਾਰਨ ਕਰਦੇ ਨੇ ਕਿ ਧੰਨ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ। ਬੋਲਹਿ ਚਹੁ ਦਿਸ਼ ਭਏ ਪ੍ਰਸੰਨ। ਤੇ ਚਾਰੇ ਦਿਸ਼ਾਵਾਂ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਧੰਨ ਧੰਨ ਸਿੱਖਾਂ ਸੇਵਕਾਂ ਵੱਲੋਂ ਆਖਿਆ ਜਾਂਦਾ ਹੈ। ਜਿਹੜੇ ਕੇਵਲ ਬਾਬਾ ਰਾਮ ਰਾਏ ਜੀ ਦੀ ਮਹਿਮਾ ਸਮਝਦੇ ਹਨ ਉਹ ਬਾਬਾ ਜੀ ਨੂੰ ਵੀ ਧੰਨ ਧੰਨ ਆਖਦੇ ਹਨ। ਚਲੀ ਬੀਥ ਕਾ ਕੁਛ ਕ ਅਗਾਰੀ। ਤੇ ਇਸ ਪ੍ਰਕਾਰ ਚਾਰੇ ਦਿਸ਼ਾਵਾਂ ਦੇ ਵਿੱਚ ਕਹਿੰਦੇ ਹੋਏ ਬੜੇ ਹੀ ਖੁਸ਼ ਹੋ ਕੇ ਜਾ ਰਹੇ ਹੈ। ਸੋ ਵੇਖਣ ਵਾਲੇ ਵੇਖਦੇ ਹਨ ਤੇ ਬਾਬਾ ਜੀ ਪਾਲਕੀ ਦੇ ਵਿੱਚ ਸਜ ਕੇ ਗਲੀਆਂ ਬਾਜ਼ਾਰਾਂ ਦੇ ਵਿੱਚੋਂ ਦੀ ਲੰਘ ਰਹੇ ਹਨ। ਸਿਵਕਾ ਬਿਨਾ ਕਹਾਰ ਨਿਹਾਰੀ। ਬਿਨਾਂ ਕਹਾਰਾਂ ਤੋਂ ਜੋ ਵੇਖਣ ਵਾਲੇ ਸਭ ਤੁਰੀ ਜਾਂਦੀ ਪਾਲਕੀ ਨੂੰ ਵੇਖ ਰਹੇ ਨੇ। ਅਦਭੁਤ ਭਏ ਮਨੁਜ ਗਨ ਮਿਲੇ। ਉਹ ਤਾਂ ਉੱਠ ਕੇ ਰਸਤੇ ਤੋਂ ਜਾ ਰਹੀ ਹੈ। ਜਿਹੜੇ ਬਹੁਤ ਸਾਰੇ ਲੋਕ ਹਨ ਰਾਹ ਵਿੱਚ ਵੇਖਣ ਵਾਲੇ ਮਿਲੇ ਨੇ ਰਸਤੇ ਵਿੱਚ, ਬਹੁਤ ਹੀ ਹੈਰਾਨੀ ਵਿੱਚ ਹੋ ਰਹੇ ਹਨ। ਹੇਰ ਹੇਰ ਕਰ ਪਿੱਛੇ ਚਲੇ। ਤੇ ਵੇਖ ਵੇਖ ਕੇ ਉਹ ਆਪੋ ਆਪਣੇ ਕੰਮ ਜਿਹੜੇ ਕੋਈ ਕਰਨ ਵਾਸਤੇ ਇੱਧਰ ਉੱਧਰ ਹੁੰਦੇ ਸੀ ਉਹਨਾਂ ਨੂੰ ਆਪਣੇ ਕੰਮਾਂ ਦਾ ਚੇਤਾ ਭੁੱਲ ਗਿਆ, ਪਾਲਕੀ ਦੇ ਪਿੱਛੇ ਪਿੱਛੇ ਹੀ ਜਾਣ ਲੱਗ ਪਏ। ਕਾਰਨ ਬਹੁਤਨ ਕੋ ਦਿਖਰਾਵਨ। ਤੇ ਬਹੁਤਿਆਂ ਨੂੰ ਇਹ ਦਿਖਾਉਣ ਦਾ ਹੀ ਕਾਰਨ ਹੈ, ਕੇਵਲ ਇਸ ਦਿਖਾਉਣ ਵਾਸਤੇ ਹੀ ਲੋਕਾਂ ਨੂੰ ਆਪਣੀ ਕਰਾਮਾਤ ਜਣਾਉਣ ਵਾਸਤੇ। ਮੰਦ ਮੰਦ ਹੀ ਕਰਹਿ ਚਲਾਵਨ। ਬਾਬਾ ਰਾਮ ਰਾਏ ਜੀ ਸਹਿਜੇ ਸਹਿਜੇ ਹੀ ਪਾਲਕੀ ਨੂੰ ਚਲਾ ਰਹੇ ਹਨ। ਉੱਤਮ ਪੋਸ਼ਿਸ਼ ਅੰਗਨ ਧਰੇ। ਆਪਣੇ ਸਰੀਰ ਤੇ ਬਹੁਤ ਹੀ ਉੱਤਮ ਸ੍ਰੇਸ਼ਟ ਵਸਤਰ ਦੀ ਜੋ ਪੁਸ਼ਾਕ ਪਹਿਨ ਕੇ ਪਾਲਕੀ ਵਿੱਚ ਬੈਠੇ ਹੋਏ ਹਨ। ਬੈਠਿਓ ਬੀਚ ਸੋ ਆਸਨ ਕਰੇ। ਤੇ ਇਵੇਂ ਆਸਣ ਲਗਾ ਕੇ ਪਾਲਕੀ ਵਿੱਚ ਸਜੇ ਬੈਠੇ ਨੇ ਗੁਰੂ ਕੇ ਸਪੁੱਤਰ। ਨੇਤਰ ਵਿਸਾਲ ਕਮਲ ਦਲ ਮਨੋ। ਕਵੀ ਜੀ ਦੱਸਦੇ ਹਨ ਕਿ ਬਾਬਾ ਰਾਮ ਰਾਏ ਜੀ ਦੇ ਨੇਤਰ ਸੁੰਦਰ ਹਨ। ਜਾਣੋ ਕਿ ਜੋ ਨੇਤਰਾਂ ਦੀਆਂ ਪਲਕਾਂ ਨੇ ਕਮਲ ਦੀਆਂ ਹੀ ਜਾਣੋ ਜਿਵੇਂ ਪੰਖੜੀਆਂ ਹੋਣ। ਬਹੁ ਵਿਸਤ੍ਰਿਤ ਸੋ ਛਬ ਕੇ ਸਨੋ। ਤੇ ਬਹੁਤ ਹੀ ਵਿਸਥਾਰ ਦੇ ਸਹਿਤ ਹਨ ਨੇਤਰ, ਚੌੜੀਆਂ ਪਲਕਾਂ ਹਨ, ਬਹੁਤ ਹੀ ਛਬੀ ਉਪਮਾ ਹੈ। ਦੀਰਘ ਦਰਸ਼ਨ ਬਦਨ ਸੁਹਾਵਤ। ਤੇ ਬਹੁਤ ਵੱਡਾ ਸੁੰਦਰ ਦਰਸ਼ਨ ਦੀਦਾਰ ਸੋਭਨੀਕ ਚਿਹਰੇ ਦਾ ਹੋ ਰਿਹਾ ਹੈ। ਭਰਿਓ ਆਨੰਦ ਮਨਹੁ ਮੁਸਕਾਵਤ। ਤੇ ਹਿਰਦਾ ਜਿਨ੍ਹਾਂ ਦਾ ਆਨੰਦ ਦੇ ਨਾਲ ਭਰਿਆ ਹੋਇਆ ਹੈ ਤੇ ਮੁਖ ਤੋਂ ਮੁਸਕਰਾਉਂਦੇ ਹਨ ਬਾਬਾ ਰਾਮ ਰਾਏ ਜੀ। ਸ਼ਿਆਮਲ ਕੇਸ਼ ਸੁਬੇਸ ਅਸ਼ੇਖ। ਕਾਲੇ ਕੇਸ ਹਨ ਔਰ ਸਾਰਾ ਹੀ ਜੋ ਸੁੰਦਰ ਲਿਬਾਸ ਪਹਿਨਿਆ ਹੋਇਆ ਹੈ। ਜਨ ਰਾਂਕਾਪਤ ਤਿਮਰ ਪ੍ਰਵੇਖ। ਤੇ ਇਸ ਪ੍ਰਕਾਰ ਸੋਹਣੇ ਸੁੰਦਰ ਕੇਸ ਚਿਹਰੇ ਦੇ ਉੱਪਰ ਸਜ ਰਹੇ ਹਨ। ਔਰ ਜਿਸ ਤਰ੍ਹਾਂ ਜਾਣੋ ਕਿ ਜਿਵੇਂ ਜੋ ਹਨੇਰੇ ਦੇ ਵਿੱਚ ਹੀ ਜੋ ਸੁੰਦਰ ਪੁੰਨਿਆਂ ਦਾ ਚੰਦਰਮਾ ਜਿਹੜਾ ਹੈ ਪ੍ਰਵੇਸ਼ ਹੋਇਆ ਹੋਵੇ। ਸਕਲ ਦੇਹ ਦੀਰਘ ਦੁਤਵੰਤ। ਤੇ ਸਾਰਾ ਸੁੰਦਰ ਸਰੀਰ ਬਹੁਤ ਸੋਭਾ ਵਾਲਾ ਹੈ ਬਾਬਾ ਰਾਮ ਰਾਏ ਜੀ ਦਾ। ਆਯੁਤ ਛਾਤੀ ਭੁਜਾ ਸੁਭੰਤ। ਤੇ ਚੌੜੀ ਛਾਤੀ ਹੈ ਤੇ ਸੁੰਦਰ ਬਾਹਾਂ ਸਜ ਰਹੀਆਂ ਹਨ। ਗੌਰ ਰੰਗ ਤਪਤੀਨੈ ਸਮਾਨਾ। ਤੇ ਜੋ ਚਿਹਰੇ ਦਾ ਗੋਰਾ ਰੰਗ ਹੈ ਔਰ ਜਾਣੋ ਕਿ ਸੁਨਹਿਰੀ ਹੀ ਜੋ ਸੋਨੇ ਵਰਗਾ ਹੀ ਸੁੰਦਰ ਰੰਗ ਹੈ। ਰੁਚਰ ਵਿਭੂਖਨ ਪਹਿਰੇ ਨਾਨਾ। ਤੇ ਬਹੁਤ ਹੀ ਅਨੇਕ ਪ੍ਰਕਾਰ ਦੇ ਜਿਹੜੇ ਸੁੰਦਰ ਗਹਿਣੇ ਆਪਣੇ ਸਰੀਰ ਤੇ ਬਾਬਾ ਰਾਮ ਰਾਏ ਜੀ ਨੇ ਪਹਿਨੇ ਹੋਏ ਹਨ। ਬ੍ਰਿੰਦ ਮਸੰਦ ਮੇਵੜੇ ਦਾਸ। ਤੇ ਬਹੁਤ ਸਾਰੇ ਮਸੰਦ ਸੇਵਕ ਨੇ। ਮੇਵੜੇ ਜੋ ਅਰਦਾਸ ਬੇਨਤੀ ਕਰਨ ਵਾਲੇ ਹੋਰ ਦਾਸ ਸੇਵਕ। ਸੰਗ ਸਿੱਖ ਸ਼ੁਭ ਸੰਗਤ ਰਾਸ। ਤੇ ਬਹੁਤ ਸਾਰੇ ਸ੍ਰੇਸ਼ਟ ਜਿਹੜੇ ਸੇਵਾਦਾਰ ਹਨ, ਸਿੱਖ ਸੇਵਕ ਨਾਲ ਹਨ ਤੇ ਹੋਰ ਵੀ ਬਹੁਤ ਸਾਰੀ ਸੰਗਤ ਹੈ। ਚਾਮਰ ਚਾਰ ਟੁਰਤ ਚਹੁ ਦਿਸ਼ ਮੈਂ। ਤੇ ਸੁੰਦਰ ਚਾਵਰ ਜੋ ਹੈ
ਉਹ ਕਰ ਰਹੇ ਹਨ ਸੇਵਕ ਬਾਬਾ ਰਾਮ ਰਾਏ ਜੀ ਦੇ ਪਿੱਛੇ ਜਾਂਦੇ ਹੋਏ। ਉਡਤ ਮਰਾਲ ਸੰਭਾਵਨ ਜਿਸ ਮੈਂ। ਤੇ ਇਸ ਪ੍ਰਕਾਰ ਚਾਰੇ ਤਰਫ ਚਵਰ ਇਵੇਂ ਟੁਲਾਇਆ ਜਾਂਦਾ ਹੈ, ਜਿਵੇਂ ਜਾਣੋ ਕਿ ਮਰਾਲ ਜੋ ਹੰਸ ਹੈ ਆਪਣੇ ਇੱਕ ਕਿਨਾਰੇ ਤੋਂ ਮਾਨਸਰ ਸਰੋਵਰ ਤੋਂ ਦੂਸਰੇ ਕਿਨਾਰੇ ਤੱਕ ਜਿਵੇਂ ਉਡਾਰੀ ਲਗਾਉਂਦਾ ਹੋਵੇ, ਇਸ ਪ੍ਰਕਾਰ ਦੀ ਚਵਰ ਕਰਨ ਤੇ ਜੋ ਸੁੰਦਰ ਸੰਭਾਵਨਾ ਵੇਖਣ ਵਾਲਿਆਂ ਨੂੰ ਹੁੰਦੀ ਹੈ। ਸ਼ੋਭਤ ਸੂਰਜ ਮੁਖੀ ਅਗਾਰੀ। ਤੇ ਅੱਗੇ ਅੱਗੇ ਸੁੰਦਰ ਜੋ ਪੱਖਾ ਹੈ, ਪੱਖਾ ਚੱਲਣ ਦੀ ਸੇਵਾ ਕਰਨ ਵਾਲੇ ਸੇਵਾਦਾਰ ਦੇ ਹੱਥ ਵਿੱਚ ਸ਼ੋਭ ਰਿਹਾ ਹੈ। ਚਮਕਤ ਚਾਰ ਤਰਨ ਅਨੁਹਾਰੀ। ਜਾਣੋ ਕਿ ਸੂਰਜ ਵਾਂਗ ਹੀ ਬਹੁਤ ਸੁੰਦਰ ਉਹ ਚਮਕਦਾ ਹੈ। ਜੋ ਪੱਖਾ ਚੱਲਣ ਦੀ ਸੇਵਾ ਕਰਨ ਵਾਲੇ ਹਨ, ਇੱਧਰ ਉੱਧਰ ਜਿਵੇਂ ਸੂਰਜ ਪੂਰਬ ਤੋਂ ਪੱਛਮ ਵੱਲ ਜਾਂਦਾ ਹੈ, ਇਸ ਪ੍ਰਕਾਰ ਪੱਖਾ ਚੱਲਣ ਦੀ ਸੇਵਾ ਕਰਨ ਵਾਲੇ ਪੱਖਾ ਨਾਲ ਚੱਲਦੇ ਸੇਵ ਕਰਦੇ। ਦਿਪਤ ਬੀਜ ਨਾ ਲਗੇ ਜਵਾਹਰ। ਤੇ ਜਿਸ ਦੇ ਨਾਲ ਬਹੁਤ ਸੁੰਦਰ ਜਵਾਹਰਾਤ ਆਦਿਕ ਉਸ ਪੱਖੇ ਨੂੰ ਲੱਗੇ ਹੋਏ ਹਨ। ਕਰਤ ਅਨਕ ਸ਼ੋਭਾ ਕਹੋ ਜਾਹਰ। ਜਾਣੋ ਕਿ ਉਹ ਜੋ ਸੁੰਦਰ ਪੱਖਾ ਹੈ, ਹੱਥ ਨਾਲ ਫੜ ਕਰਕੇ ਹੱਥ ਵਿੱਚ ਲੈ ਕੇ ਉਹ ਪੱਖਾ ਜਿਸ ਨੂੰ ਝੱਲਿਆ ਜਾਂਦਾ ਹੈ, ਸੋ ਜਿਸ ਨਾਲ ਹਵਾ ਝੱਲੀ ਜਾਂਦੀ ਹੈ, ਐਸੀ ਸੁੰਦਰ ਸ਼ੋਭਾ ਜਾਣੋ ਕਿ ਉਹ ਹੀਰੇ ਜਵਾਹਰਾਤਾਂ ਦੇ ਸਹਿਤ ਪ੍ਰਗਟ ਹੁੰਦੀ ਹੈ। ਬੋਲਤ ਜਾਤ ਨਕੀਬ ਅਗਾਰੀ। ਜੋ ਜਸ ਕਰਨ ਵਾਲਾ ਹੈ, ਅੱਗੇ ਅੱਗੇ ਸੇਵਕ ਨਕੀਬ ਭੱਟ ਦੇ ਰੂਪ ਵਿੱਚ ਜਾਂਦਾ ਹੈ ਜਸ ਕਰਦਾ ਹੋਇਆ। ਚੌਹਾਂ ਦਿਸ਼ ਨਰ ਗਨ ਹੋਇ ਪਰਵਾਰੀ। ਤੇ ਚਾਰੇ ਤਰਫ ਆਲੇ ਦੁਆਲੇ ਹੋ ਕੇ ਬਹੁਤ ਸਾਰੇ ਸੇਵਕ ਔਰ ਹੋਰ ਵੀ ਬਹੁਤ ਲੋਕ ਵਿੱਚ ਰਲ ਕੇ ਜਾ ਰਹੇ ਹਨ ਨਾਲ ਨਾਲ। ਸ਼ਰਧਾ ਜੁਤ ਜੋਰਤ ਜੁਗ ਹਾਥ। ਤੇ ਬਹੁਤ ਕਈ ਸ਼ਰਧਾ ਭਾਵਨਾ ਦੇ ਸਹਿਤ ਆਪਣੇ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦੇ ਨੇ। ਦਿਖਰਾ ਵਹਿ ਨਿਜ ਨਿਮਰੀ ਮਾਥ। ਤੇ ਇਸ ਪ੍ਰਕਾਰ ਆਪਣੀ ਨਿਮਰਤਾ ਦਿਖਾਉਂਦੇ ਹੈ। ਨਿਮਰਤਾ ਸਹਿਤ ਆਪਣਾ ਸੀਸ ਮਸਤਕ ਝੁਕਾ ਕੇ ਨਮਸਕਾਰਾਂ ਕਰਦੇ ਹਨ। ਰਾਹ ਵਿੱਚ ਹਨ ਜੋ ਵੇਖਣ ਵਾਲੇ। ਪੰਥ ਪਾਲਕੀ ਚਲਤ ਨਿਹਾਰੈ। ਤੇ ਇਸ ਤਰ੍ਹਾਂ ਰਸਤੇ ਵਿੱਚ ਪਾਲਕੀ ਰਾਹ ਤੋਂ ਉਤਾਂਹ ਉੱਠ ਕੇ ਜਾਂਦੀ ਹੋਈ ਲੋਕ ਵੇਖ ਰਹੇ ਹਨ। ਹਾਰੈ ਮਤ ਬਹੁ ਹਿਰਦੈ ਵਿਚਾਰੈ। ਤੇ ਬਹੁਤੇ ਵਿਚਾਰਨ ਵਾਲੇ ਸਮਝਣ ਵਾਲੇ ਆਪਣੇ ਮਤ ਬੁੱਧ ਵਿੱਚ ਵਿਚਾਰਦੇ ਹੋਏ ਹਾਰਦੇ ਹਨ। ਸਮਝ ਨਹੀਂ ਉਹਨਾਂ ਨੂੰ ਆ ਰਹੀ ਕਿ ਇਹ ਕੀ ਕੌਤਕ ਹੋ ਰਿਹਾ। ਚਾਰੇ ਦਿਸ਼ ਚਿਤਵੰਤ ਪਧਾਰੈ। ਤੇ ਚਾਰੇ ਤਰਫਾਂ ਤੋਂ ਦੇਖਣ ਵਾਸਤੇ ਹੀ ਕਈ ਦੌੜ ਕੇ ਆ ਰਹੇ ਹਨ ਦਰਸ਼ਨ ਕਰਨ ਲਈ। ਧਾਰੈ ਅਚਰਜ ਬਚਨ ਉਚਾਰੈ। ਤੇ ਵੇਖ ਕੇ ਫਿਰ ਬਹੁਤ ਹੀ ਅਚਰਜਤਾ ਹੈਰਾਨੀ ਧਾਰਦੇ ਇਉਂ ਬੋਲ ਸੁਣਾਉਂਦੇ ਇੱਕ ਦੂਸਰੇ ਨੂੰ। ਸਨੈ ਸਨੈ ਗਮਨਤ ਮਗ ਬੀਚ। ਕਹਿੰਦੇ ਹਨ ਕਿ ਸਹਿਜੇ ਸਹਿਜੇ ਇਹ ਰਸਤੇ ਤੇ ਤੁਰੇ ਜਾ ਰਹੇ ਹਨ, ਬਹੁਤ ਇਹਨਾਂ ਦੀ ਸ਼ੋਭਾ ਹੈ। ਭਏ ਹਜ਼ਾਰੋਂ ਊਚ ਅਰ ਨੀਚ। ਇਸ ਪ੍ਰਕਾਰ ਜੋ ਉੱਚੇ ਕਹੇ ਜਾਣ ਵਾਲੇ ਲੋਕ ਵੀ ਔਰ ਨੀਚ ਨੀਵੇਂ ਆਖੇ ਜਾਣ ਵਾਲੇ ਹਜ਼ਾਰਾਂ ਦੀ ਉਹਨਾਂ ਦੀ ਗਿਣਤੀ ਹੋ ਗਈ ਹੈ। ਰਾਹ ਵਿੱਚ ਵੇਖਣ ਵਾਲਿਆਂ ਦੀ ਸੁਣ ਕੇ ਆ ਰਹੇ ਨੇ। ਬਿਸਮਾ ਵਹਿ ਸੁਨ ਧਾਵਤ ਆਵਹਿ। ਤੇ ਜਿਹੜੇ ਕਈ ਸੁਣਦੇ ਨੇ, ਸੁਣ ਕੇ ਹੈਰਾਨ ਹੋ ਜਾਂਦੇ, ਛੇਤੀ ਦੌੜ ਕੇ ਆਉਂਦੇ ਹਨ ਵੇਖਣ ਵਾਸਤੇ। ਮਿਲ ਮਿਲ ਦੇਖਹਿ ਸੀਸ ਝੁਕਾਵਹਿ। ਮਿਲ ਮਿਲ ਕੇ ਦੇਖਦੇ ਨੇ ਬਾਬਾ ਰਾਮ ਰਾਏ ਜੀ ਵੱਲ। ਪਾਲਕੀ ਰਸਤੇ ਤੋਂ ਉਤਾਂਹ ਉੱਠ ਕੇ ਜਾਂਦੀ ਹੋਈ ਵੇਖ ਕੇ ਸਿਰ ਝੁਕਾ ਕੇ ਨਮਸਕਾਰਾਂ ਕਰਦੇ। ਹੀਰੇ ਸੁੰਦਰ ਮੁਕਤਾ ਲਰੀ। ਤੇ ਜਿਨ੍ਹਾਂ ਲੜੀਆਂ ਦੇ ਵਿੱਚ ਬਹੁਤ ਸੁੰਦਰ ਹੀਰੇ ਮੋਤੀ ਆਦਿਕ ਜੜੇ ਹੋਏ ਨੇ, ਜੋ ਪਾਲਕੀ ਵਿੱਚ ਸੋਹਣੀਆਂ ਲੜੀਆਂ ਸਜ ਰਹੀਆਂ ਹਨ। ਲਰੀ ਵਿਸਾਲਨ ਦਿਪਤਹਿ ਜ਼ਰੀ। ਤੇ ਜਰੀਦਾਰ ਝਾਲਰਾਂ ਜੋ ਹਨ ਲੜੀਆਂ ਦੇ ਸਹਿਤ ਸੁੰਦਰ ਜੋ ਸਜ ਰਹੀਆਂ ਨੇ। ਜ਼ਰੀ ਦੋਸ਼ ਤੇ ਸ਼ੋਭਾ ਖਰੀ। ਤੇ ਬਹੁਤ ਹੀ ਸੁੰਦਰ ਚੰਗੀ ਜਿਨ੍ਹਾਂ ਦੀ ਜਰੀਦਾਰ ਹੋਣ ਕਰਕੇ ਸੋਨੇ ਚਾਂਦੀ ਆਦਿਕ ਦੀ ਵਿੱਚ ਕਢਾਈ ਹੋਣ ਕਰਕੇ ਸ਼ੋਭਾ ਹੋ ਰਹੀ ਹੈ। ਖਰੀ ਹੋਤ ਚਿਤ ਚਾਹੇ ਤੁਰੀ। ਤੇ ਇਸ ਪ੍ਰਕਾਰ ਜਿਵੇਂ ਚਿੱਤ ਵਿੱਚ ਚਾਹੁੰਦੇ ਹਨ ਬਾਬਾ ਰਾਮ ਰਾਏ ਜੀ, ਤਾਂ ਉਸ ਵੇਲੇ ਤੁਰੀ ਜਾਂਦੀ ਹੈ ਪਾਲਕੀ। ਤੇ ਜਿਸ ਵੇਲੇ ਮਨ ਵਿੱਚ ਚਾਹੁੰਦੇ ਹਨ ਕਿ ਇਹ ਖੜ ਜਾਵੇ, ਰੁਕ ਜਾਵੇ, ਉਸ ਵੇਲੇ ਰੁਕ ਜਾਂਦੀ ਹੈ ਥੋੜ੍ਹੇ ਸਮੇਂ ਵਾਸਤੇ। ਘਰ ਘਰ ਮਹਿ ਸੁਧ ਸੁਨ ਸੁਨ ਦੌਰੇ। ਤੇ ਜਿਹੜੇ ਆਪੋ ਆਪਣੇ ਘਰਾਂ ਦੇ ਵਿੱਚ ਨੇ, ਉਹਨਾਂ ਨੂੰ ਜਦੋਂ ਖਬਰ ਮਿਲਦੀ ਹੈ, ਲੋਕ ਉਹਨਾਂ ਦੇ ਸੰਬੰਧੀ ਦੱਸਦੇ ਆ ਕਿ ਬਾਬਾ ਰਾਮ ਰਾਏ ਜੀ ਪਾਲਕੀ ਵਿੱਚ ਜਾ ਰਹੇ ਨੇ,
ਤੇ ਉਹਨਾਂ ਦੀ ਜੋ ਪਾਲਕੀ ਹੈ ਬਿਨਾਂ ਕਹਾਰਾਂ ਤੋਂ ਰਸਤੇ ਤੇ ਉਤਾਂ ਤੁਰੀ ਜਾਂਦੀ ਹੈ। ਇਹ ਸੁਣ ਕੇ ਲੋਕ ਦੌੜ ਕੇ ਆਉਂਦੇ ਵੇਖਣ ਵਾਸਤੇ। ਮਿਲ ਮਿਲ ਹੇਰ ਹੇਰ ਤਿਸ ਠੌਰੇ, ਤੇ ਉਸ ਥਾਂ ਤੇ ਫਿਰ ਪਾਲਕੀ ਦੇ ਨੇੜੇ ਪਹੁੰਚ ਕੇ ਮਿਲ ਕੇ ਵੇਖਦੇ ਹਨ। ਕਰ ਕਰ ਬੰਧਨ ਚੱਲ ਚੱਲ ਸਾਥ, ਤੇ ਨਾਲ ਤੁਰੇ ਜਾਂਦੇ ਆ ਨਮਸਕਾਰਾਂ ਕਰ ਕਰਕੇ। ਹਰਖ ਹਰਖ ਉਰ ਕਹਿ ਕਹਿ ਗਾਥ, ਤੇ ਖੁਸ਼ ਹੋ ਕੇ ਤੇ ਬਾਰ ਇਹ ਗੱਲ ਕਹਿੰਦੇ ਹਨ, ਇੱਕ ਦੂਸਰੇ ਨੂੰ ਸੁਣਾਉਂਦੇ ਕਿ ਬਹੁਤ ਹੀ ਇਹਨਾਂ ਵਿੱਚ ਸ਼ਕਤੀ ਕਰਾਮਾਤ ਹੈ। ਪੁਰੀ ਬੀਥ ਕਾ ਬੀਚ ਬਾਜ਼ਾਰ, ਇਸ ਤਰ੍ਹਾਂ ਦਿੱਲੀ ਸ਼ਹਿਰ ਦੀਆਂ ਗਲੀਆਂ ਦੇ ਵਿੱਚ, ਬਾਜ਼ਾਰ ਦੇ ਵਿੱਚ ਬਾਬਾ ਜੀ ਪਾਲਕੀ ਦੇ ਵਿੱਚ ਸੱਜ ਕੇ ਬਿਨਾਂ ਕਹਾਰਾਂ ਤੋਂ ਜਾਂਦੀ ਹੋਈ ਪਾਲਕੀ ਵਿੱਚ ਬੈਠੇ ਜਾ ਰਹੇ। ਪਰਿਓ ਰੌਰ ਸੁਨ ਧਾਏ ਹਜ਼ਾਰ, ਤੇ ਇਸ ਪ੍ਰਕਾਰ ਬਹੁਤਾ ਹੀ ਸ਼ਹਿਰ ਦੇ ਵਿੱਚ ਬਾਬਾ ਜੀ ਦੇ ਪਾਲਕੀ ਦੇ ਵਿੱਚ ਬੈਠ ਕੇ ਬਿਨਾਂ ਕਹਾਰਾਂ ਤੋਂ ਜਾਂਦੀ ਹੋਣ ਕਰਕੇ ਲੋਕਾਂ ਵਿੱਚ ਜੋ ਰੌਲਾ ਪਿਆ, ਛੇਤੀ ਦੌੜ ਕੇ ਆਉਂਦੇ ਹਨ। ਚਲਹਿ ਪਾਲਕੀ ਬਿਨਾ ਨਰਨ ਤੇ, ਕਿਉਂਕਿ ਬਿਨਾਂ ਹੀ ਕਹਾਰਾਂ ਤੋਂ ਇਹ ਪਾਲਕੀ ਜਾ ਰਹੀ ਹੈ। ਬਿਸਮਤ ਸਕਲ ਅਚਰਜ ਕਰਨ ਤੇ, ਇਸ ਲਈ ਬਹੁਤੇ ਜ਼ਿਆਦਾ ਲੋਕ ਹੈਰਾਨ ਹੁੰਦੇ ਹੈ, ਬਹੁਤ ਹੈਰਾਨੀ ਦੇ ਸਹਿਤ ਹੁੰਦੇ ਹੈ ਕਿ ਇਹ ਅਚਰਜ ਕੌਤਕ ਜੋ ਇਹਨਾਂ ਨੇ ਕੀਤਾ ਹੈ। ਭਈ ਭੀੜ ਸਗਨੀ ਚਹੂ ਔਰ, ਤੇ ਚਾਰੇ ਤਰਫ ਸੰਘਣੀ ਭੀੜ ਲੋਕਾਂ ਦੀ ਹੋ ਗਈ ਹੈ। ਖਰੋ ਹੋਣ ਨਹਿ ਪਈਅਤ ਠੌਰ, ਤੇ ਇਹਨਾਂ ਲੋਕਾਂ ਦਾ ਇਕੱਠ ਹੋ ਗਿਆ ਵੇਖਣ ਵਾਲਿਆਂ ਦਾ, ਜਾਣੋ ਕਿ ਕਿਸੇ ਦੇ ਖਲੋਣ ਵਾਸਤੇ ਵੀ ਥਾਂ ਨਹੀਂ ਮਿਲ ਰਿਹਾ। ਧਨੀ ਰੰਕ ਆਵਤ ਸਮੁਦਾਏ, ਜਿਹੜੇ ਧਨਵਾਨ ਨੇ ਉਹ ਵੀ ਭੱਜੇ ਆਉਂਦੇ ਐ ਸੁਣ ਕੇ, ਤੇ ਜਿਹੜੇ ਜੋ ਗਰੀਬ ਕਹੇ ਜਾਂਦੇ ਹਨ ਉਹ ਵੀ ਦੌੜ ਕੇ ਆਉਂਦੇ ਹਨ। ਪੰਡਿਤ ਮੂਰਖ ਸਭ ਦਰਸਾਏ, ਤੇ ਜਿਹੜੇ ਪੰਡਿਤ ਵਿਦਵਾਨ ਕਹੇ ਜਾਣ ਵਾਲੇ ਉਹ ਵੀ ਦਰਸ਼ਨ ਕਰਨ ਵਾਸਤੇ ਆਉਂਦੇ ਐ, ਤੇ ਜਿਹੜੇ ਅਨਪੜ੍ਹ ਕਹੇ ਜਾਣ ਵਾਲੇ ਉਹ ਵੀ ਆਉਂਦੇ ਹਨ। ਹਿੰਦੂ ਤੁਰਕ ਸਮੂਹ ਉਮਾਹਤ, ਇਸ ਤਰ੍ਹਾਂ ਹਿੰਦੂ ਵੀ ਆਉਂਦੇ ਹਨ ਤੇ ਤੁਰਕ ਵੀ ਆਉਂਦੇ ਹਨ ਵੇਖਣ ਲਈ, ਬਹੁਤੇ ਉਤਸ਼ਾਹ ਸਹਿਤ ਹੋ ਕੇ। ਏਕ ਬਾਰ ਹੇਰਨ ਚਿਤ ਚਾਹਤ, ਤੇ ਉਹ ਮਨਾਂ ਵਿੱਚ ਜ਼ਰੂਰ ਇਸ ਤਰ੍ਹਾਂ ਵੇਖਣਾ ਚਾਹੁੰਦੇ ਨੇ ਇੱਕ ਵਾਰ ਕਿ ਅਸੀਂ ਦਰਸ਼ਨ ਕਰ ਲਈਏ, ਐਵੇਂ ਇਹ ਨਾ ਹੋਵੇ ਜੇ ਉਹ ਕੌਤਕ ਹੈ ਅਸੀਂ ਇਸ ਵੇਖਣ ਤੋਂ ਵਾਂਝੇ ਨਾ ਰਹਿ ਜਾਈਏ। ਕੋਠਨ ਬੀਚ ਝਰੋਖਣ ਬਾਲਾ, ਤੇ ਜੋ ਇਸਤਰੀਆਂ ਨੇ ਆਪੋ ਆਪਣੇ ਮਕਾਨਾਂ ਦੇ ਵਿੱਚੋਂ ਬਾਰੀਆਂ ਰਾਹੀਂ ਵੇਖਦੀਆਂ ਹਨ। ਅਬਲੋਕਤ ਉਤਲਾਵਤ ਜਾਲਾ, ਤੇ ਬਹੁਤੇ ਉਤਸ਼ਾਹ ਦੇ ਸਹਿਤ ਹੋ ਕੇ ਬਹੁਤ ਸਾਰੇ ਲੋਕ ਵੇਖਣ ਵਾਸਤੇ ਤਿਆਰ ਹਨ, ਵੇਖਣ ਲਈ ਆਉਂਦੇ ਹਨ। ਆਗੇ ਤੇ ਬੜ ਭੀੜ ਹਟਾਵੈ, ਤੇ ਜਿਹੜੇ ਸੂਰਮੇ ਨੇ, ਜੋ ਸੇਵਾਦਾਰ, ਅੱਗੇ ਤੁਰਨ ਵਾਲੇ, ਬਹੁਤ ਹੀ ਲੋਕਾਂ ਦੀ ਜੋ ਇਕੱਤਰਤਾ ਹੁੰਦੀ ਹੈ, ਪਾਲਕੀ ਦੇ ਅੱਗੋਂ ਉਹਨਾਂ ਨੂੰ ਹਟਾਉਂਦੇ ਹਨ। ਤਰਨ ਟਲੈਤ ਉਤੰਗ ਅਲਾਵੈ, ਜਿਹੜੇ ਜਵਾਨ ਸੂਰਮੇ ਹਨ ਉੱਚੀ ਆਵਾਜ਼ ਵਿੱਚ ਲੋਕਾਂ ਨੂੰ ਲਾਂਭੇ ਕਰਨ ਵਾਸਤੇ ਹਟਾਉਂਦੇ ਨੇ, ਆਖ ਕੇ ਬੰਧਨ ਕਰ ਕਰ ਗਮਨਹੁ ਘਰ ਕੋ, ਕਹਿੰਦੇ ਹਨ ਕਿ ਭਾਈ ਨਮਸਕਾਰ ਕਰ ਕਰਕੇ ਤੁਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਓ, ਨਹੀਂ ਤਾਂ ਬਹੁਤਾ ਹੀ ਇੱਥੇ ਇਕੱਠ ਹੁੰਦਾ ਜਾਂਦਾ ਹੈ। ਦਰਸ਼ਨ ਕਰ ਲੀਨਹੁ ਸੁਤ ਗੁਰ ਕੋ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਦੇ ਦਰਸ਼ਨ ਕਰ ਲਏ ਨੇ, ਉਹ ਆਪਣੇ ਘਰਾਂ ਨੂੰ ਚਲੇ ਜਾਣ। ਤਜਹੁ ਪੰਥ ਇਤ ਉਤ ਕੋ ਹੋਵਹੁ, ਇਸ ਲਈ ਰਸਤਾ ਛੱਡ ਦਿਓ ਤੇ ਇੱਧਰ ਉੱਧਰ ਕਿਧਰੇ ਹੋ ਜਾਓ ਜਿਨ੍ਹਾਂ ਨੇ ਦੀਦਾਰ ਕਰ ਲਏ ਨੇ। ਸ਼ਰਧਾ ਧਰੋ ਨਮਰ ਹੋਏ ਜੋਵਹੁ, ਤੇ ਭਾਈ ਜਿਨ੍ਹਾਂ ਨੇ ਦਰਸ਼ਨ ਕਰਨੇ ਵੇਖਣ ਵਾਸਤੇ ਆਏ ਹੈ, ਜੇ ਕੋਈ ਲਾਭ ਲੈਣਾ ਚਾਹੁੰਦੇ ਹੈ ਤਾਂ ਸ਼ਰਧਾ ਦੇ ਨਾਲ ਨਿਮਰਤਾ ਸਹਿਤ ਹੋ ਕੇ ਦਰਸ਼ਨ ਕਰੋ। ਇਮ ਸੁਨ ਧੰਨ ਧੰਨ ਗੁਰ ਕਹੈ, ਤੇ ਇਸ ਪ੍ਰਕਾਰ ਸੂਰਮਿਆਂ ਦੇ ਪਾਸੋਂ ਸੁਣ ਕੇ ਸੁਣਨ ਵਾਲੇ ਧੰਨ ਧੰਨ ਕਹਿੰਦੇ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਔਰ ਸਤਿਗੁਰਾਂ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ। ਸੁਠ ਸੂਰਤ ਲਖ ਤਜਹੁ ਨ ਚਾਹੈ, ਤੇ ਚਾਹੁੰਦੇ ਹਨ ਕਿ ਅਸੀਂ ਗੁਰੂ ਕੇ ਸਪੁੱਤਰ ਦੀ ਸੋਹਣੀ ਸੂਰਤ ਦੇ ਦਰਸ਼ਨ ਕਰੀ ਜਾਈਏ, ਇਸ ਤਰ੍ਹਾਂ ਦਰਸ਼ਨ ਕਰਨ ਤੋਂ ਦੂਰ ਨਹੀਂ ਹੋਣਾ ਚਾਹੁੰਦੇ। ਮੁਕਤਾ ਜੁਗਤ ਜੇ ਗੁੰਫੇ ਜ਼ਰੀ, ਦਰਸ਼ਨ ਕਰਨੇ ਛੱਡ ਕੇ ਰਾਜੀ ਨਹੀਂ ਹਨ, ਨਹੀਂ ਚਾਹੁੰਦੇ ਕਿ ਦਰਸ਼ਨ ਕਰਨੋਂ ਹਟ ਜਾਈਏ। ਇਸ ਪ੍ਰਕਾਰ ਸੋ ਜਿਸ ਪਾਲਕੀ ਦੇ ਵਿੱਚ ਬਾਬਾ ਰਾਮ ਰਾਏ ਜੀ ਬੈਠੇ ਹਨ ਉਸ ਵਿੱਚ ਜੋ ਸੁੰਦਰ ਝਾਲਰਾਂ ਲੱਗੀਆਂ ਹੋਈਆਂ ਨੇ, ਮੋਤੀ ਹੀਰੇ ਆਦਿਕ ਵਿੱਚ ਜੜੇ ਹੋਏ ਹਨ,
ਔਰ ਸੋਹਣੇ ਜਰੀਦਾਰ ਫੁੱਲ ਗੁੰਫੇ ਲੱਗੇ ਹੋਏ ਹਨ। ਬੀਚ ਪਾਲਕੀ ਲਰਕਤ ਲਰੀ। ਤੇ ਐਸੀਆਂ ਸੁੰਦਰ ਹੀਰੇ ਮੋਤੀਆਂ ਵਾਲੀਆਂ ਜੋ ਲੜੀਆਂ ਪਾਲਕੀ ਵਿੱਚ ਲਮਕ ਰਹੀਆਂ ਨੇ। ਨਿਜ ਕਰ ਮਹਿ ਗਹਿ ਸਤਿਗੁਰ ਨੰਦਨ। ਤੇ ਉਹਨਾਂ ਲੜੀਆਂ ਨੂੰ ਆਪਣੇ ਹੱਥਾਂ ਵਿੱਚ ਪਕੜ ਕੇ ਗੁਰੂ ਕੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਦੇਖੈ ਇਤ ਉਤ ਕਰਤੇ ਹੋ ਬੰਦਨ। ਉਹਨਾਂ ਨੂੰ ਇੱਧਰ ਉੱਧਰ ਕਰਕੇ ਤੇ ਜਿਹੜੇ ਨਮਸਕਾਰ ਕਰਨ ਵਾਲੇ ਹਨ ਉਹਨਾਂ ਵੱਲ ਵੇਖਦੇ ਹਨ। ਸਨੇ ਸਨੇ ਗਮਨਤ ਇਮ ਗਏ। ਇਸ ਪ੍ਰਕਾਰ ਬਾਬਾ ਰਾਮ ਰਾਏ ਜੀ ਪਾਲਕੀ ਵਿੱਚ ਬੈਠੇ ਹੋਏ ਜੋ ਝਾਲਰਾਂ ਨੂੰ ਲਾਂਭੇ ਕਰਕੇ ਦਰਸ਼ਨ ਕਰਨ ਵਾਲਿਆਂ ਵੱਲ ਵੇਖਦੇ ਨੇ, ਸਹਿਜੇ ਸਹਿਜੇ ਚੱਲਦੇ ਹੋਏ ਅੱਗੇ ਚਲੇ ਗਏ। ਦੁਰਗ ਪੌਰ ਲੋ ਪਹੁੰਚਤ ਭਏ। ਤੇ ਜਿੱਥੇ ਜੋ ਔਰੰਗਜ਼ੇਬ ਦਾ ਕਿਲ੍ਹਾ ਹੈ ਉਹਦੇ ਕਿਲ੍ਹੇ ਦੇ ਦਰਵਾਜ਼ੇ ਪਾਸ ਪਹੁੰਚੇ। ਲੋਕ ਹਜ਼ਾਰਨ ਕੀ ਸੰਗ ਭੀੜ। ਤੇ ਨਾਲ ਹਜ਼ਾਰਾਂ ਹੀ ਲੋਕਾਂ ਦੀ ਭੀੜ ਤੁਰੀ ਜਾ ਰਹੀ ਹੈ। ਕਿਨਹੂ ਕਹਿਓ ਸ਼ਾਹੋ ਕੇ ਤੀਰ। ਤੇ ਕਿਸੇ ਨੇ ਛੇਤੀ ਭੱਜ ਕੇ ਜਾ ਕੇ ਔਰੰਗਜ਼ੇਬ ਆਪਣੇ ਜੋ ਉਹਨਾਂ ਦੇ ਬਾਦਸ਼ਾਹ ਹੈ ਉਹਨਾਂ ਦਾ ਉਹਨੂੰ ਜਾ ਕੇ ਖਬਰ ਦਿੱਤੀ ਹੈ। ਗੁਰ ਸੁਤ ਆਵਤ ਸਭ ਬਿਸਮਾਵਤ। ਆਪਣੇ ਬਾਦਸ਼ਾਹ ਨੂੰ ਉਹ ਕਹਿੰਦੇ ਨੇ ਕਿ ਗੁਰੂ ਕਾ ਸਪੁੱਤਰ ਆ ਰਿਹਾ ਹੈ ਬਾਬਾ ਰਾਮ ਰਾਏ। ਤੇ ਸਭ ਲੋਕ ਵੇਖ ਵੇਖ ਹੈਰਾਨ ਹੋ ਰਹੇ ਨੇ। ਬਿਨ ਕਹਾਰ ਸਿਵ ਕਾ ਗਮਨਾਵਤ। ਸਭਨਾਂ ਨੂੰ ਉਹ ਹੈਰਾਨ ਕਰਦਾ ਹੋਇਆ ਆ ਰਿਹਾ ਹੈ ਕਿਉਂਕਿ ਜਿਸ ਪਾਲਕੀ ਵਿੱਚ ਗੁਰੂ ਕਾ ਸਾਹਿਬਜ਼ਾਦਾ ਬੈਠਾ ਹੈ ਬਿਨਾਂ ਕਹਾਰਾਂ ਤੋਂ ਹੀ ਉਹ ਤੁਰੀ ਆ ਰਹੀ ਹੈ। ਨਗਰ ਸੰਗ ਜਿਸ ਕੋ ਦਰਸਾਵਤ। ਤੇ ਜਾਣੋ ਕਿ ਜਿਵੇਂ ਸਾਰਾ ਨਗਰ ਹੀ ਉਸ ਦੇ ਦਰਸ਼ਨ ਕਰਨ ਵਾਸਤੇ ਆ ਪਿਆ ਹੈ। ਅਬ ਸੁਨ ਸੁਨ ਧਾਵਤ ਉਤਲਾਵਤ। ਤੇ ਹੋਰ ਵੀ ਜਿਹੜੇ ਹੁਣ ਵੀ ਲੋਕ ਸੁਣ ਸੁਣ ਕੇ ਛੇਤੀ ਉਤਸ਼ਾਹ ਦੇ ਨਾਲ ਦਰਸ਼ਨ ਕਰਨ ਆ ਰਹੇ ਹਨ। ਕਹਿਓ ਸ਼ਾਹੋ ਹਰਖਤ ਹੋਏ ਚੀਤ। ਤੇ ਇਸ ਪ੍ਰਕਾਰ ਜਦੋਂ ਇਹਨਾਂ ਤੋਂ ਆਪਣੇ ਨੌਕਰਾਂ ਤੋਂ ਸੁਣਿਆ ਹੈ ਔਰੰਗਜ਼ੇਬ ਨੇ ਤਾਂ ਆਪਣੇ ਮਨ ਵਿੱਚ ਬਹੁਤ ਖੁਸ਼ ਹੋਇਆ। ਮਮ ਢਿਗ ਲਗ ਆਵੇ ਤਿਸ ਰੀਤ। ਕਹਿੰਦਾ ਕਿ ਮੇਰੇ ਸੂਰਮਿਆਂ ਨੂੰ ਕਹਿ ਦਿਓ ਕਿ ਜੋ ਪਾਲਕੀ ਹੈ ਗੁਰੂ ਕੇ ਸਾਹਿਬਜ਼ਾਦੇ ਦੀ ਮੇਰੇ ਤੱਕ ਉਸੇ ਤਰ੍ਹਾਂ ਹੀ ਆਉਂਦੀ ਰਹੇ। ਵਿਖੇ ਕਚਹਿਰੀ ਅਜ਼ਮਤ ਪਹਾਰੀ। ਤੇ ਕਿ ਕਚਹਿਰੀ ਦੇ ਵਿੱਚ ਜਿਹੜੇ ਬੈਠਣ ਵਾਲੇ ਇਹ ਉਮਰਾਵ ਅਹਿਲਕਾਰ ਕਾਜੀ ਮੁਲਾਣੇ ਆਦਿ ਹਨ ਇਹ ਵੀ ਸ਼ਕਤੀ ਬਾਬਾ ਰਾਮ ਰਾਏ ਜੀ ਦੀ ਵੇਖ ਲੈਣ। ਨਰ ਬਹੀਨ ਸਿਵ ਕਾ ਅਸਵਾਰੀ। ਜੋ ਪਾਲਕੀ ਦੀ ਸਵਾਰੀ ਬਿਨਾਂ ਹੀ ਸੇਵਕਾਂ ਤੋਂ ਬਿਨਾਂ ਕਹਾਰਾਂ ਤੋਂ ਉਹ ਤਾਂ ਉੱਠ ਕੇ ਰਸਤੇ ਤੇ ਜਿਵੇਂ ਆ ਰਹੀ ਸਭ ਵੇਖ ਲੈਣ। ਪੌਰ ਦੁਰਗ ਕੇ ਜਬ ਹੈ ਪ੍ਰਵੇਸ਼ਾ। ਤੇ ਇਸ ਪ੍ਰਕਾਰ ਚੱਲ ਕੇ ਆਣ ਕੇ ਬਾਬਾ ਰਾਮ ਰਾਏ ਜੀ ਪਾਲਕੀ ਸਹਿਤ ਪਾਲਕੀ ਵਿੱਚ ਬੈਠੇ ਹੋਏ ਕਿਲ੍ਹੇ ਦੇ ਦਰਵਾਜ਼ੇ ਵਿੱਚ ਜਦੋਂ ਆਣ ਪ੍ਰਵੇਸ਼ ਹੋਏ। ਭੀੜ ਨਰਨ ਕੀ ਸੰਗ ਵਿਸ਼ੇਸ਼ਾ। ਤੇ ਵਿਸ਼ੇਸ਼ ਲੋਕਾਂ ਦੀ ਜੋ ਭੀੜ ਬਹੁਤ ਹੀ ਜ਼ਿਆਦਾ ਇਕੱਤਰਤਾ ਹੋਈ ਹੈ ਨਾਲ। ਸਾਵਧਾਨ ਪੇ ਉਠ ਦਰਬਾਨ। ਤੇ ਜਿਹੜੇ ਦਰਬਾਨ 'ਚ ਪਹਿਰੇਦਾਰ ਨੇ ਦਰਵਾਜ਼ੇ ਵਿੱਚ ਔਰੰਗਜ਼ੇਬ ਦੇ ਕਿਲ੍ਹੇ ਦੇ ਪਹਿਰੇਦਾਰ ਉਹ ਬਹੁਤੇ ਹੀ ਸਾਵਧਾਨ ਹੋ ਕੇ ਉੱਠੇ ਹਨ। ਬਰਜਨ ਕੀਨਸ ਤਰਜ ਮਹਾਨ। ਤੇ ਲੋਕਾਂ ਨੂੰ ਤਾੜ ਕੇ ਉਹਨਾਂ ਨੇ ਕਹਿ ਕਹਿ ਕੇ ਰੋਕ ਦਿੱਤਾ ਹੈ ਕਿ ਅੰਦਰ ਨਾ ਤੁਸੀਂ ਜਾਇਓ। ਦੁਰਗ ਦੁਆਰ ਪਰ ਭੀੜ ਹਟਾਈ। ਇਸ ਤਰ੍ਹਾਂ ਕਿਲ੍ਹੇ ਦੇ ਦਰਵਾਜ਼ੇ ਅੱਗੋਂ ਬਹੁਤੇ ਲੋਕਾਂ ਦੀ ਭੀੜ ਨੂੰ ਪਿੱਛੇ ਕੀਤਾ ਹੈ ਉਹਨਾਂ ਨੇ। ਸ਼ਾਹੋ ਨਿਕਟ ਸਿਵ ਕਾ ਗਮਨਾਈ। ਇਸ ਪ੍ਰਕਾਰ ਬਾਬਾ ਰਾਮ ਰਾਏ ਜੀ ਆਪਣੀ ਪਾਲਕੀ ਦੇ ਵਿੱਚ ਬੈਠੇ ਹੋਏ ਬਾਦਸ਼ਾਹ ਵੱਲ ਨੂੰ ਜਾ ਰਹੇ ਨੇ। ਉੱਚੀ ਉੱਚੀ ਚਲ ਨਰਹੀਨੀ। ਤੇ ਪਾਲਕੀ ਜੋ ਬਿਨਾਂ ਹੀ ਕਹਾਰਾਂ ਤੋਂ ਉੱਚੀ ਉੱਚੀ ਤੁਰੀ ਜਾਂਦੀ ਹੈ। ਸ਼ਾਹ ਸਭਾ ਜੁਤ ਸਭ ਨੇ ਚੀਨੀ। ਤੇ ਜਿਸ ਵੇਲੇ ਜਿੱਥੇ ਔਰੰਗਜ਼ੇਬ ਦੀ ਸਭਾ ਲੱਗੀ ਹੋਈ ਹੈ ਉਸ ਦੀ ਸਭਾ ਵਿੱਚ ਬੈਠਣ ਵਾਲੇ ਜਿੰਨੇ ਵੀ ਕਾਜੀ ਮੁਲਾਣੇ ਅਹਿਲਕਾਰ ਆਦਿਕ ਨੇ ਸਭਨਾਂ ਨੇ ਵੇਖਿਆ ਕਿ ਇਵੇਂ ਪਾਲਕੀ ਉਤਾਂ ਹੀ ਤੁਰੀ ਆਉਂਦੀ ਹੈ। ਦੇਖ ਦੇਖ ਬਿਸਮਾਵਤ ਸਾਰੇ। ਤੇ ਉਹ ਸਭ ਵੇਖਣ ਵਾਲੇ ਵੇਖ ਵੇਖ ਕੇ ਬਹੁਤ ਹੈਰਾਨ ਹੋ ਰਹੇ ਨੇ। ਇਸ ਕੀ ਅਜ਼ਮਤ ਟੋਟ ਨ ਪਾਰੇ। ਤੇ ਇਸ ਤਰ੍ਹਾਂ ਕਹਿਣ ਲੱਗ ਪਏ ਹੈ ਕਹਿੰਦੇ ਇਹਨਾਂ ਦੀ ਸ਼ਕਤੀ ਤਾਂ ਇੰਨੀ ਹੈ ਜੋ ਕਿਸੇ ਪ੍ਰਕਾਰ ਵੀ ਸ਼ਕਤੀ ਘਟਣ ਵਾਲੀ ਨਹੀਂ ਹੈ। ਸ਼ਕਤੀ ਵਿੱਚ ਥੁੜ ਨਹੀਂ ਆਉਂਦੀ। ਤੇ ਨਾ ਹੀ ਇਹਨਾਂ ਦੇ ਕੋਲ ਜੋ ਸ਼ਕਤੀ ਉਸ ਦਾ ਅੰਤ ਹੀ ਪਾਇਆ ਜਾ ਸਕਦਾ ਹੈ।
ਸੋ ਅੰਤ ਵੀ ਨਹੀਂ ਹੈ ਇਹਨਾਂ ਦੇ ਵਿੱਚ ਕਿੰਨੀ ਜੋ ਸ਼ਕਤੀ ਹੈ। ਜਬ ਸਭ ਹਿਨ ਅਵਲੋਕ ਲਈ ਹੈ। ਤੇ ਇਸ ਪ੍ਰਕਾਰ ਜਦੋਂ ਸਭਨਾਂ ਨੇ ਪਾਲਕੀ ਉਤਾ ਉੱਠ ਕੇ ਆਉਂਦੀ ਹੋਈ ਬਾਬਾ ਰਾਮ ਰਾਏ ਜੀ ਦੇ ਸਹਿਤ ਵੇਖੀ ਹੈ। ਅਵਨੀ ਪੁਨਹ ਟਿਕਾਏ ਦਈ ਹੈ। ਜਦੋਂ ਸਭਨਾਂ ਨੇ ਪਾਲਕੀ ਵੇਖ ਲਈ ਹੈ, ਔਰੰਗਜ਼ੇਬ ਨੇ ਵੀ ਵੇਖ ਲਈ ਹੈ, ਉਸ ਦੀ ਸਭਾ ਵਿੱਚ ਬੈਠਣ ਵਾਲੇ ਸਭ ਵੇਖ ਚੁੱਕੇ ਹਨ, ਤਾਂ ਫਿਰ ਧਰਤੀ ਦੇ ਉੱਪਰ ਬਾਬਾ ਜੀ ਨੇ ਪਾਲਕੀ ਟਿਕਾ ਦਿੱਤੀ। ਤਜ ਸਿਵਕਾ ਕੋ ਸਭਾ ਪ੍ਰਵੇਸ਼ਾ। ਤੇ ਫਿਰ ਆਪਣੀ ਜੋ ਪਾਲਕੀ ਜਿਸ ਵਿੱਚ ਬੈਠੇ ਹੋਏ ਸਨ ਉਸ ਤੋਂ ਉਤਰ ਕੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਵਿੱਚ ਪ੍ਰਵੇਸ਼ ਹੋ ਗਏ। ਚੌਕੀ ਊਚ ਸਭਨ ਤੇ ਬੈਸਾ। ਤੇ ਸਭਨਾਂ ਤੋਂ ਉੱਚੀ ਚੌਂਕੀ ਜੋ ਰੱਖੀ ਹੋਈ ਹੈ, ਸਭ ਤੋਂ ਹੋਰਨਾਂ ਦੇ ਬੈਠਣ ਤੋਂ ਜੋ ਉੱਚੀ ਰੱਖੀ ਹੋਈ ਹੈ, ਉਸ ਉੱਤੇ ਜਾ ਬੈਠੇ ਹਨ। ਬੂਝਿਓ ਸ਼ਾਹੋ ਆਜ ਇਹ ਥਾਏ। ਤੇ ਔਰੰਗਜ਼ੇਬ ਪੁੱਛਣ ਲੱਗਾ ਹੈ ਕਿ ਅੱਜ ਇਸ ਥਾਂ ਤੇ ਤੁਸੀਂ ਕਿਵੇਂ ਆਏ ਹੋ? ਨਰਹੀਨੀ ਸਿਵਕਾ ਚੜ੍ਹ ਆਏ। ਕਿਸ ਪ੍ਰਕਾਰ ਆਏ ਹੋ? ਇਹ ਬਹੁਤ ਹੈਰਾਨੀ ਵਾਲਾ ਹੀ ਕੌਤਕ ਹੋਇਆ। ਜਿਵੇਂ ਪਾਲਕੀ ਵਿੱਚ ਤੁਸੀਂ ਸੱਜ ਕੇ ਆਏ ਹੋ, ਨਾ ਕੋਈ ਸੇਵਕ ਜੋ ਪਾਲਕੀ ਨੂੰ ਚੁੱਕਣ ਵਾਲਾ ਸੀ, ਕਹਾਰ ਨਹੀਂ ਸਨ ਪਾਲਕੀ ਨੂੰ ਚੁੱਕਣ ਵਾਲੇ, ਬਿਨਾਂ ਹੀ ਕਹਾਰਾਂ ਤੋਂ ਉੱਤੇ ਉੱਠਦੀ ਹੋਈ ਇਹ ਆਈ ਹੈ। ਸੁਨ ਸ਼੍ਰੀ ਰਾਮ ਰਾਏ ਨੇ ਕਹਿਓ। ਤੇ ਇਹ ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਹਨ, ਸਮੋ ਕਚਹਿਰੀ ਕੋ ਹਮ ਲਹਿਓ। ਕਿ ਇਹਨਾਂ ਤੁਰਕਾਂ ਦੇ ਬਾਦਸ਼ਾਹ, ਜੋ ਅਸੀਂ ਆਉਣ ਲੱਗੇ ਸੀ ਤੇਰੀ ਸਭਾ ਦੇ ਵਿੱਚ, ਤਾਂ ਅਸੀਂ ਸਭਾ ਵਿੱਚ ਆਉਣ ਦਾ ਜਦੋਂ ਸਮਾਂ ਜਾਣਿਆ, ਨਿਕਟ ਕਹਾਰ ਨਹੀਂ ਤਬ ਪਾਏ। ਤੇ ਉਸੇ ਵੇਲੇ ਆਪਾਂ ਨੇੜੇ ਆਪਣੇ ਕਹਾਰਾਂ ਨੂੰ ਪਾਲਕੀ ਲਿਜਾਣ ਵਾਲਿਆਂ ਨੂੰ ਨਹੀਂ ਸੀ ਤੱਕਿਆ। ਹਮ ਅਰੂਢ ਕਰ ਇਮ ਚਲ ਆਏ। ਤੇ ਇਸ ਪ੍ਰਕਾਰ ਫਿਰ ਪਾਲਕੀ ਵਿੱਚ ਬੈਠ ਕੇ ਇੱਧਰ ਨੂੰ ਅਸੀਂ ਚੱਲ ਕੇ ਆ ਗਏ ਹਾਂ। ਮੁਖ ਤੇ ਕਹਿਓ ਕਹਾਰ ਜੇ ਨਾਹੀ। ਆਉਣ ਲੱਗਿਆ ਪਾਲਕੀ ਵਿੱਚ ਬਹਿ ਕੇ ਅਸਾਂ ਵਚਨ ਕੀਤਾ ਕਿ ਜੇਕਰ ਕਹਾਰ ਇਸ ਨੂੰ ਚੁੱਕਣ ਵਾਲੇ ਨਹੀਂ ਆਏ ਹਨ, ਸਿਵਕਾ ਆਪ ਚਲੈ ਮਗ ਤਾਹੀ। ਤੇ ਇਹ ਰਸਤੇ ਤੇ ਚੱਲ ਪਵੇ ਜਿਸ ਰਾਹੇ ਅਸੀਂ ਬਾਦਸ਼ਾਹ ਦੇ ਸਭਾ ਦੇ ਵਿੱਚ ਕਿਲੇ ਵਿੱਚ ਪਹੁੰਚਣ ਆਏ, ਉਸ ਰਸਤੇ ਆਪੇ ਹੀ ਚੱਲ ਕੇ ਪਹੁੰਚ ਜਾਵੇ। ਬਾਕ ਹਮਾਰੇ ਤੇ ਗਮਨਾਈ। ਤੇ ਐਸਾ ਜਦੋਂ ਅਸੀਂ ਬਚਨ ਕੀਤਾ ਕਿ ਬਿਨਾਂ ਕਹਾਰਾਂ ਤੋਂ ਹੀ ਜੋ ਪਾਲਕੀ ਹੈ ਇਹ ਤੁਰ ਪਵੇ, ਐਸਾ ਬਚਨ ਹੋਣ ਦੇ ਨਾਲ ਚੱਲ ਪਈ ਹੈ। ਹੇਰ ਹੇਰ ਭੇ ਨਰ ਸਮੁਦਾਈ। ਸਾਡੇ ਬਚਨ ਦੀ ਸ਼ਕਤੀ ਨਾਲ ਹੀ ਇਹ ਆਈ ਹੈ, ਤੇ ਵੇਖਣ ਵਾਲੇ ਲੋਕ ਬਹੁਤ ਵੇਖ ਵੇਖ ਕੇ ਇਕੱਠੇ ਹੋ ਗਏ। ਇਤਿਆਦਿਕ ਜੇ ਬਾਕ ਬਿਲਾਸ। ਤੇ ਇਸ ਪ੍ਰਕਾਰ ਦੇ ਜੋ ਬਚਨ ਹਨ ਬਾਬਾ ਰਾਮ ਰਾਏ ਜੀ ਨੇ ਸੁਣਾਏ ਹਨ। ਬੈਠੇ ਕਰਤ ਸ਼ਾਹ ਕੇ ਪਾਸ। ਔਰੰਗਜ਼ੇਬ ਬਾਦਸ਼ਾਹ ਦੇ ਕੋਲ ਬੈਠ ਕੇ ਹੋਰ ਵੀ ਬਚਨ ਬਿਲਾਸ ਕਰਦੇ ਰਹੇ। ਸਭਾ ਉਠਣ ਕੋ ਸਮਾਂ ਜੇ ਹੋਵਾ। ਤੇ ਜੋ ਸਭਾ ਦੇ ਵਿੱਚ ਬੈਠਿਆ ਹੋਇਆਂ ਦਾ ਸਭਨਾਂ ਦੇ ਉੱਠਣ ਦਾ ਜੋ ਸਮਾਂ ਹੋਇਆ ਹੈ, ਸ਼ਾਹ ਸਮਾਜ ਸਮੇਤ ਖਰੋਵਾ। ਔਰੰਗਜ਼ੇਬ ਜੋ ਬਾਦਸ਼ਾਹ ਹੈ, ਇਹ ਵੀ ਆਪਣੀ ਸਭਾ ਵਿੱਚ ਜਿੰਨੇ ਵੀ ਅਹਿਲਕਾਰ ਉਹਨਾਂ ਦੇ ਸਮੇਤ ਉੱਠ ਖਲੋਤਾ ਹੈ। ਆਪਣੇ ਆਪਣੇ ਗਏ ਸਥਾਨ। ਤੇ ਸਭ ਆਪੋ ਆਪਣੀਆਂ ਥਾਵਾਂ ਨੂੰ ਜਾਣ ਲੱਗ ਪਏ। ਬਿਸਮਤ ਕਰਤੇ ਬਾਕ ਬਖਾਨ। ਤੇ ਗੱਲਾਂ ਬਾਤਾਂ ਕਰਦੇ ਬਾਬਾ ਰਾਮ ਰਾਏ ਜੀ ਬਾਰੇ ਬਹੁਤ ਹੀ ਹੈਰਾਨ ਹੁੰਦੇ ਹਨ। ਸਤਿਗੁਰ ਸੁਤ ਆਇਓ ਨਿਜ ਡੇਰੇ। ਸਤਿਗੁਰਾਂ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਇਸ ਪ੍ਰਕਾਰ ਕਹਾਰਾਂ ਤੋਂ ਬਿਨਾਂ ਪਾਲਕੀ ਦੇ ਵਿੱਚ ਜਾ ਕੇ ਸਭਾ ਦੇ ਵਿੱਚ ਜਾਂਦਿਆਂ ਤੱਕ ਲੋਕਾਂ ਨੂੰ ਹੈਰਾਨ ਕਰਕੇ, ਜੋ ਐਵੇਂ ਉੱਥੋਂ ਮੁੜ ਕੇ ਸਭਾ ਦੇ ਵਿੱਚ ਬਹਿ ਕੇ ਤੇ ਫਿਰ ਆਪਣੇ ਡੇਰੇ ਨੂੰ ਮਜਨੂ ਦੇ ਟਿੱਲੇ ਵਾਲੇ ਸਥਾਨ ਤੇ ਆ ਪਹੁੰਚੇ ਹਨ। ਬੰਦਤ ਜੇ ਨਰ ਮਗ ਮਹੇਰੇ। ਜਦੋਂ ਡੇਰੇ ਵਿੱਚ ਆਏ ਨੇ, ਰਸਤੇ ਵਿੱਚ ਜਿਨ੍ਹਾਂ ਨੇ ਵੇਖਿਆ ਹੈ ਉਹਨਾਂ ਨੇ ਨਮਸਕਾਰਾਂ ਕੀਤੀਆਂ। ਤਿਸ ਛਿਨ ਜਿਸ ਨਾ ਬਿਲੋਕਿਓ ਤੈਸੇ। ਤੇ ਉਸ ਸਮੇਂ ਜਿਸ ਵੀ ਮਨੁੱਖ ਨੇ ਜੋ ਸੁਣੀ ਹੈ ਇਹ ਖਬਰ ਕਿ ਬਾਬਾ ਰਾਮ ਰਾਏ ਜੀ ਬਿਨਾਂ ਕਹਾਰਾਂ ਤੋਂ ਪਾਲਕੀ ਲੈ ਕੇ ਵਿੱਚ ਬੈਠ ਕੇ ਸਭਾ ਦੇ ਵਿੱਚ ਪਹੁੰਚੇ ਸਨ, ਤੇ ਇਸ ਪ੍ਰਕਾਰ ਉੱਥੇ ਲੋਕਾਂ ਨੂੰ ਵੇਖਣ ਵਾਲਿਆਂ ਨੂੰ ਬਹੁਤ ਹੀ ਹੈਰਾਨੀ ਹੋਈ ਹੈ। ਜਿਸ ਨੇ ਨਹੀਂ ਸੀ ਵੇਖਿਆ ਇਹ ਕੌਤਕ, ਉਹ ਬਹੁਤ ਪਛਤਾਵਾ ਕਰਦੇ। ਪਛਤਾਵਤ ਜਿਮ ਕਹੂੰ ਠਗੇ ਸੇ। ਉਹਨਾਂ ਨੇ ਬੜਾ ਪਛਤਾਵਾ ਕੀਤਾ ਕਿ ਜਿਵੇਂ ਕਿ ਕੋਈ ਠੱਗਿਆ ਹੀ ਗਿਆ ਹੋਵੇ,
ਕੋਈ ਘਾਟਾ ਪੈ ਗਿਆ ਹੋਵੇ, ਜਿਵੇਂ ਕੋਈ ਵਸਤੂ ਜੋ ਗਵਾਚ ਗਈ ਹੋਵੇ। ਇਸ ਪ੍ਰਕਾਰ ਉਹਨਾਂ ਨੇ ਆਪਣੇ ਆਪ ਨੂੰ ਠੱਗੇ ਜਾਣਿਆ ਕਿ ਅਸੀਂ ਕਿਉਂ ਵਾਂਝੇ ਰਹਿ ਗਏ। ਐਸਾ ਕ੍ਰਿਸ਼ਮਾ ਵੇਖਣ ਤੋਂ ਕਵ ਸੰਤੋਖ ਸਿੰਘ ਇਸੀ ਪ੍ਰਕਾਰ। ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸਾਧ ਸੰਗਤ ਜੀ ਇਸੇ ਪ੍ਰਕਾਰ ਹੀ ਉੱਥੇ ਦਿੱਲੀ ਸ਼ਹਿਰ ਦੇ ਵਿੱਚ ਰਹਿੰਦਿਆਂ ਹੋਇਆਂ ਕਰਾਮਾਤ ਦਿਖ ਰਾਏ ਅਪਾਰ। ਸਤਿਗੁਰੂ ਹਰਿਰਾਏ ਸਾਹਿਬ ਪਿਤਾ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਕਰਾਮਾਤ ਸ਼ਕਤੀ ਬਾਬਾ ਰਾਮ ਰਾਏ ਜੀ ਨੇ ਬਹੁਤ ਹੀ ਸ਼ਹਿਰ ਨਿਵਾਸੀਆਂ ਨੂੰ, ਔਰੰਗਜ਼ੇਬ ਨੂੰ ਅਤੇ ਹੋਰ ਜਿਹੜੇ ਉਸ ਦੀ ਸਭਾ ਦੇ ਵਿੱਚ ਬੈਠਣ ਵਾਲੇ ਅਹਿਲਕਾਰ ਨੇ ਉਹਨਾਂ ਨੂੰ ਵੀ ਸ਼ਕਤੀ ਵਿਖਾਈ ਹੈ। ਸਭ ਲੋਕ ਵੇਖ ਵੇਖ ਕੇ ਹੈਰਾਨ ਰਹਿ ਗਏ। ਸੋ ਇਸ ਪ੍ਰਕਾਰ ਦੀ ਜਿਹੜੀ ਸ਼ਕਤੀ ਸਮਰੱਥਾ ਹੈ, ਇਹ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪਣੀਆਂ ਜੋ ਬਖਸ਼ਿਸ਼ਾਂ ਦੇ ਕੇ ਨਿਵਾਜ ਕੇ ਹੀ ਬਖਸ਼ਿਸ਼ ਕੀਤੀ ਹੋਈ ਹੈ। ਆਪਣੇ ਬਚਨਾਂ ਦੁਆਰਾ ਇਹ ਬਖਸ਼ਿਸ਼ ਕੀਤੀ ਆਪਣੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ। ਬਖਸ਼ੀ ਤਾਂ ਇਸ ਵਾਸਤੇ ਕਿ ਸਭਾ ਦੇ ਵਿੱਚ ਜੇ ਕਿਤੇ ਵੀ ਕੋਈ ਜ਼ਰੂਰਤ ਪਵੇ ਗੁਰੂ ਘਰ ਦੀ ਵਡਿਆਈ ਪ੍ਰਗਟ ਕਰਨ ਵਾਸਤੇ, ਉਸ ਲਈ ਜ਼ਰੂਰਤ ਵੇਲੇ ਦਿਖਾਉਣੀ ਹੈ। ਪਰ ਬਾਬਾ ਰਾਮ ਰਾਏ ਜੀ ਨੇ ਆਪਣੀ ਇੱਛਾ ਦੇ ਅਨੁਸਾਰ ਵੀ, ਆਪਣੀ ਮਨਮਰਜ਼ੀ ਦੇ ਨਾਲ ਵੀ ਕਈ ਸ਼ਕਤੀਆਂ ਵਿਖਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੋ ਜੋ ਆਪਣੇ ਪ੍ਰਤਾਪ ਵਾਸਤੇ ਸਤਿਗੁਰਾਂ ਦੇ ਬਚਨਾਂ ਦਾ ਲਾਭ ਵੀ ਇਹ ਉਠਾਇਆ। ਸੋ ਐਸੇ ਹੀ ਜੋ ਸ਼ਕਤੀ ਕਰਾਮਾਤ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਈ, ਜੋ ਕਵੀ ਜੀ ਨੇ ਜਿਵੇਂ ਇਹ ਪ੍ਰਸੰਗ ਬਿਆਨ ਕੀਤੇ ਹਨ ਉਸੇ ਪ੍ਰਕਾਰ ਹੀ। ਸੋ ਇਹ ਪ੍ਰਸੰਗ ਦੀ ਵਿਚਾਰ ਸਰਵਣ ਕਰਾਉਂਦੇ ਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਔਰ ਸਾਧ ਸੰਗਤ ਸਮਤ ਬਖਸ਼ਿਸ਼ ਕਰਨੀ ਜੀ। ਸੋ ਅੱਗੇ ਜਿਵੇਂ ਪ੍ਰਸੰਗ ਆਉਣੇ ਹਨ ਤਿਵੇਂ ਪ੍ਰੇਮ ਸਹਿਤ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ। ਜਿਵੇਂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਬਾਬਾ ਰਾਮ ਰਾਏ ਜੀ ਨੂੰ ਉਦਾਰਤਾ ਵੀ ਹੈ, ਸ਼ੁਭ ਗੁਣ ਵੀ ਹਨ, ਜੋ ਪਦਾਰਥਾਂ ਦਾ ਲੋਭ ਵੀ ਨਹੀਂ ਹੈ। ਸੋ ਐਸੇ ਬਚਨ ਅਗਲੇ ਦੀਵਾਨਾਂ ਵਿੱਚ ਪ੍ਰਸੰਗ ਦੇ ਜੋ ਅਨੁਸਾਰ ਸਰਵਣ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਮਹਾਰਾਜ ਸਮਤ ਬਖਸ਼ਣ ਜੀ। ਕਵ ਸੰਤੋਖ ਸਿੰਘ ਇਸੀ ਪ੍ਰਕਾਰ, ਕਰਾਮਾਤ ਦਿਖ ਰਾਏ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।